ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਸਤਿਗੁਰੂ ਦੀ ਸਾਜੀ ਨਵਾਜੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਦੀ ਰਹਿਮਤ ਕਿਰਪਾ ਦਾ ਸਦਕਾ ਵਡਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ, ਤਿਨ ਕੀ ਧੂਰ ਨਾਨਕ ਦਾਸ ਬਾਂਛੈ, ਜਿਨ ਹਰਿ ਨਾਮ ਹਿਰਦੈ ਪਰੋਈ। ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰ ਕੇ ਹਰ ਹਫ਼ਤੇ ਦੀ ਤਰ੍ਹਾਂ ਗੁਰੂ ਕੀ ਪਵਿੱਤਰ ਪਾਵਨ ਅੰਮ੍ਰਿਤ ਗੁਰਬਾਣੀ ਪਰਸੋਂ ਦੇ ਰੋਜ਼ ਤੋਂ ਆਰੰਭਤ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸਰਵਣ ਕੀਤੇ। ਅਰਦਾਸ ਹੁਕਮਨਾਮੇ ਸਾਹਿਬ ਗੁਰਬਾਣੀ ਸ਼ਬਦ ਕੀਰਤਨ ਉਪਰੰਤ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚੋਂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਆਓ ਕੁਝ ਸਮੇਂ ਵਾਸਤੇ ਜਿੱਥੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੀ ਚੱਲਦੀ ਹੋਈ ਲੜੀਵਾਰ ਕਥਾ ਵਿਚਾਰ ਸਰਵਣ ਕਰਦੇ ਹਾਂ, ਗੁਰੂ ਕੇ ਪਵਿੱਤਰ ਪਾਵਨ ਅੰਮ੍ਰਿਤ ਰੂਪ ਉਪਦੇਸ਼ ਨਾਲ ਜੁੜਦੇ ਹਾਂ। ਉੱਥੇ ਨਾਲ ਇਤਿਹਾਸਕ ਦਿਹਾੜਿਆਂ ਸੰਬੰਧੀ ਗੁਰੂ ਕੇ ਮਹਾਨ ਗੁਰਪੁਰਬ ਦਿਹਾੜੇ, ਸ਼ਹੀਦਾਂ ਦੇ ਸ਼ਹੀਦੀ ਦਿਹਾੜੇ, ਕੋਈ ਵੀ ਗੁਰੂ ਇਹੋ ਜਿਹਾ ਸਿੱਖ ਇਤਿਹਾਸ ਦਾ ਦਿਹਾੜਾ ਹੈ, ਉਹਨਾਂ ਦੇ ਪ੍ਰਤੀ ਕੁਝ ਦੋ ਬੋਲ ਬੋਲਣ ਦਾ ਯਤਨ ਕੀਤਾ ਜਾਂਦਾ ਹੈ। ਸਾਰੀਆਂ ਸੰਗਤਾਂ ਜਾਣਦੇ ਹਾਂ ਕਿ ਇਹ ਹਫ਼ਤਾ ਸਿੱਖ ਪੰਥ ਦੇ ਮਹਾਨ ਸ਼ਹੀਦ, ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਜਨਮ ਦਿਹਾੜੇ ਦੇ ਇਸ ਉਤਸਵ ਨੂੰ ਸਮਰਪਿਤ ਹੁੰਦਿਆਂ ਹੋਇਆਂ ਪਰਸੋਂ ਦੇ ਰੋਜ਼ ਤੋਂ ਇਹ ਗੁਰਮਤਿ ਸਮਾਗਮਾਂ ਦੀ ਹਾਜ਼ਰੀ ਭਰ ਰਹੇ ਹਾਂ। ਬਾਬਾ ਦੀਪ ਸਿੰਘ ਸਾਹਿਬ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਅੰਮ੍ਰਿਤ ਜੀਵਨ ਦੀ ਗੱਲ ਕਰਨੀ ਹੋਵੇ ਤਾਂ ਪਹੂਵਿੰਡ ਪਿੰਡ ਜ਼ਿਲ੍ਹੇ ਅੰਮ੍ਰਿਤਸਰ ਵਿੱਚ ਬਾਬਾ ਭਗਤਾ ਜੀ ਦੇ ਗ੍ਰਹਿ ਵਿਖੇ ਮਾਤਾ ਜੀਉਣੀ ਦੀ ਕੁੱਖੋਂ 1682 ਵਿੱਚ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜਨਮ ਹੁੰਦਾ ਹੈ। ਸੋ ਘਰ ਵਿੱਚ ਬੜੀ ਭਾਵ ਭਾਵਨੀ ਦੀ ਗੁਰਸਿੱਖੀ ਦੀ ਪ੍ਰੀਤ ਵਾਲਾ ਜੀਵਨ ਹੈ। ਸਤਿਗੁਰੂ ਸੱਚੇ ਪਾਤਸ਼ਾਹ ਪਰਮਾਤਮਾ ਤੇ ਭਰੋਸਾ ਰੱਖਣ ਵਾਲੇ ਦੰਪਤ ਹਨ। ਧੰਨ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦੇ ਸੇਵਕ ਤੇ ਭੌਰੇ ਹਨ। ਲੰਬਾ ਸਮਾਂ ਘਰ ਦੇ ਵਿੱਚ ਕੋਈ ਔਲਾਦ ਨਹੀਂ, ਸੋ ਇਸੇ ਤਰੀਕੇ ਦੇ ਨਾਲ ਇੱਕ ਆਏ ਸਾਧੂ ਫਕੀਰ ਦੇ ਬਚਨਾਂ ਰਾਹੀਂ ਕਿ ਤੁਹਾਡੇ ਘਰ ਵਿੱਚ ਇੱਕ ਐਸਾ ਪੁੱਤਰ ਪ੍ਰਗਟ ਹੋਵੇਗਾ ਜਿਹੜਾ ਮਹਾਨ ਦੀਪ ਦੀ ਤਰ੍ਹਾਂ ਸਾਰੇ ਸੰਸਾਰ ਵਿੱਚ ਤੁਹਾਡਾ ਵੀ ਅਤੇ ਸਾਰਿਆਂ ਦਾ ਨਾਮ, ਗੁਰਸਿੱਖੀ ਦਾ ਨਾਮ, ਗੁਰਸਿੱਖੀ ਦੇ ਨਾਤੇ ਆਪਣਾ ਨਾਮ ਵੀ ਰੌਸ਼ਨ ਕਰੇਗਾ। ਉਹ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਨੂੰ ਬਚਪਨ ਵਿੱਚ ਦੀਪਾ ਦੀਪਾ ਕਹਿ ਕੇ ਬੁਲਾਇਆ ਗਿਆ, ਲਗਭਗ 18 ਸਾਲ ਦੀ ਆਰਜੂ ਵਿੱਚ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੀ ਹਾਜ਼ਰੀ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਜਾ ਕਰਕੇ ਮਹਾਰਾਜ ਸਾਹਿਬ ਜੀ ਦਰਸ਼ਨ ਦੀਦਾਰ ਕੀਤੇ। ਸੰਗਤਾਂ ਦੇ ਜਥੇ ਨਾਲ ਰਹਿ ਕਰਕੇ ਉੱਥੇ ਸੇਵਾਵਾਂ ਨਿਭਾਈਆਂ। ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚੋਂ ਖੰਡੇ ਬਾਟੇ ਦੇ ਅੰਮ੍ਰਿਤ ਦੀ ਪੌਲ ਪ੍ਰਾਪਤ ਕਰਕੇ ਪਿਤਾ ਬਾਬਾ ਭਗਤਾ ਜੀ ਭਗਤ ਸਿੰਘ ਬਣੇ, ਮਾਤਾ ਜੀਉਣੀ ਜੀ ਜੀਵਨ ਕੌਰ ਬਣੇ, ਦੀਪਾ ਜੋ ਬੱਚਾ ਸੀ ਉਹ ਅੰਮ੍ਰਿਤ ਛਕ ਕਰਕੇ ਦੀਪ ਸਿੰਘ ਬਣਿਆ। ਖੰਡੇ ਬਾਟੇ ਦੇ ਅੰਮ੍ਰਿਤ ਦੀ ਪੌਲ ਪ੍ਰਾਪਤ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਵੱਲੋਂ ਬਖਸ਼ੀ ਹੋਈ ਗੁਰਮਤਿ ਦੀ ਰਹਿਣੀ ਬਹਿਣੀ ਵਿੱਚ ਪ੍ਰਪੱਕ ਹੋ ਕਰਕੇ ਸਤਿਗੁਰਾਂ ਦੀਆਂ ਅਸੀਸਾਂ ਦੇ ਪਾਤਰ ਬਣਨਾ ਚਾਹੁੰਦੇ ਨੇ। ਕੁਝ ਸਮੇਂ ਬਾਅਦ ਆਇਆ ਜਥਾ ਸਾਰਾ ਵਾਪਸ ਆਪਣੇ ਆਪਣੇ ਘਰਾਂ ਨੂੰ ਜਾਣਾ ਚਾਹੁੰਦਾ ਹੈ, ਪਰ ਬਾਬਾ ਦੀਪ ਸਿੰਘ ਸਾਹਿਬ ਜੀ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਰਹਿ ਕਰਕੇ ਹੋਰ ਸੇਵਾਵਾਂ ਕਰਕੇ ਮਹਾਰਾਜ ਦੀਆਂ ਖੁਸ਼ੀਆਂ ਲੈਣਾ ਚਾਹੁੰਦੇ ਨੇ। ਕਿੰਨੀਆਂ ਕੁ ਸੇਵਾਵਾਂ ਕੀਤੀਆਂ, ਕਿਹੋ ਜਿਹੀ ਭਾਵਨਾ ਬਣੀ। ਅਸੀਂ ਵੀ ਸਾਰੇ ਜੁੜ ਮਿਲ ਕੇ ਸੇਵਾਵਾਂ ਤਾਂ ਕਰਦੇ ਹੀ ਹਾਂ, ਪਰ ਬਾਬਾ ਦੀਪ ਸਿੰਘ ਵਰਗੇ ਉਹਨਾਂ ਗੁਰੂ ਕਿਆਂ ਲਾਲਾਂ ਦੇ ਜੋ ਸਤਿਗੁਰੂ ਸਾਹਿਬ ਜੀ ਦੇ ਦਰਸਾਏ ਹੋਏ ਐਸੇ ਗੁਰਮਤ ਦ੍ਰਿੜਤਾ ਦੇ ਗੁਣ ਨੇ, ਕਿਤੇ ਉਹਨਾਂ ਵਿੱਚੋਂ ਕਿਣਕਾ ਮਾਤਰ ਸਾਨੂੰ ਵੀ ਪ੍ਰਾਪਤ ਹੋ ਜਾਏ। ਸਤਿਗੁਰੂ ਸਾਹਿਬ ਜੀ ਦਾ ਇੱਕ ਵਾਰ ਦਾ ਵਾਕਿਆ ਆਉਂਦਾ ਹੈ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਜੋ ਸਰਬਲੋ ਦਾ ਬਾਟਾ ਹੈ ਉਹਨੂੰ ਰੇਤ ਨਾਲ ਮਾਂਜ ਰਹੇ ਨੇ। ਕੋਲ ਸਰਾਣੇ ਆ ਕਰਕੇ ਕਲਗੀਧਰ ਪਿਤਾ ਜੀ ਖੜ ਕੇ ਕਹਿਣ ਲੱਗੇ, ਕੀ ਕਰਦੇ ਹੋ? ਕਹਿਣ ਲੱਗੇ, ਜੀ ਬਾਟਾ ਮਾਂਜਦਾ ਹਾਂ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉਸ ਬਾਟੇ ਵੱਲ ਵੇਖਿਆ ਤੇ ਕਹਿਣ ਲੱਗੇ, ਬਾਟਾ ਤੇ ਮਾਂਜਿਆ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਅਜੇ ਇਹਦੇ ਵਿੱਚੋਂ ਆਪਣੇ ਆਪ ਦਾ ਸਰੂਪ ਅਥਵਾ ਤੁਹਾਡੇ ਦਰਸ਼ਨ ਨਹੀਂ ਹੋਏ। ਕਹਿਣ ਤੋਂ ਮੁਰਾਦ ਇਹ ਸੀ ਕਿ ਇਸ ਲੋਹੇ ਦੇ ਬਾਟੇ ਨੂੰ ਇੰਨਾ ਮਾਂਜਣਾ ਚਾਹੁੰਦਾ ਵਾਂ, ਇੰਨਾ ਮਾਂਜ ਕੇ ਕਲੀਨ ਕਰਨਾ ਚਾਹੁੰਦਾ, ਸਾਫ਼ ਕਰਨਾ ਚਾਹੁੰਦਾ, ਕਿਤੇ ਇਸੇ ਬਾਟੇ ਦੀ ਤਰ੍ਹਾਂ ਸਤ ਸੰਗਤ ਦੇ ਚਰਨਾਂ ਦੀ ਧੂੜ ਨਾਲ ਮੇਰੇ ਮਨ ਦਾ ਭਾਂਡਾ ਵੀ ਮਾਂਜਿਆ ਜਾਏ ਤੇ ਇਹਦੇ ਵਿੱਚੋਂ ਤੁਹਾਡੇ ਨੂਰਾਨੀ ਦੀਦਾਰ ਹੋ ਜਾਣ, ਤੁਹਾਡੇ ਦਰਸ਼ਨ ਹੋ ਜਾਣ।
ਸੋ ਇਸ ਰੂਪ ਦੇ ਵਿੱਚ ਸੇਵਾਵਾਂ ਕਰਕੇ ਗੁਰੂ ਕੇ ਚਰਨਾਂ ਦੀਆਂ, ਗੁਰੂ ਕੇ ਲੰਗਰਾਂ ਦੀਆਂ, ਗੁਰੂ ਕੇ ਸੰਗਤਾਂ ਦੀਆਂ ਇਹ ਭਾਵਨਾ ਗੁਰਸਿੱਖ ਦੇ ਪਿਆਰ ਵਿੱਚ ਹੋਣੀਆਂ ਚਾਹੀਦੀਆਂ ਨੇ। ਸੋ ਇੱਕ ਦੂਜੇ ਨਾਲ ਤਲਖੀ ਬਾਜੀ, ਈਰਖਾ ਬਾਜੀ, ਮੈਂ ਮੇਰੀ, ਉਹ ਨਹੀਂ, ਜੇ ਨਹੀਂ, ਉਹ ਨਹੀਂ, ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਕਿਤੇ ਇਹਨਾਂ ਸੇਵਾਵਾਂ ਵਿੱਚ ਜੁੜਿਆ ਜਾਏ ਤੇ ਇਹ ਸੇਵਾ ਬੇਅੰਤ 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 ਸੁੱਖਾਂ ਦੀ ਦਾਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬੇਅੰਤ ਬਖਸ਼ਿਸ਼ਾਂ ਇਸ ਸੇਵਾ ਦੇ ਰਾਹੀਂ ਸਤਿਗੁਰੂ ਜੀ ਸਿੱਖ ਦੀ ਝੋਲੀ ਪਾਉਂਦੇ ਨੇ। ਬਾਬਾ ਦੀਪ ਸਿੰਘ ਸਾਹਿਬ ਜੀ ਦਾ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਗਿਆ। ਉਧਰ ਕੁਝ ਸਮੇਂ ਬਾਅਦ ਪਿੰਡ ਨੂੰ ਆ ਗਏ। ਕਲਗੀਧਰ ਪਿਤਾ ਜੀ ਦੇ ਉਸ ਆਨੰਦਪੁਰ ਸਾਹਿਬ ਜੀ ਦੇ ਸਾਰੇ ਵਾਕਿਆ ਜੋ ਘੇਰੇ ਪੈਣੇ, ਮਹੀਨਿਆਂ ਬੱਧੀ ਜੰਗ ਹੋਣੇ, ਕਿਲਾ ਛੱਡਣਾ, ਸਰਸੇ ਜਾਣਾ, ਸਰਸੇ ਇਸੇ ਤਰੀਕੇ ਦੇ ਨਾਲ ਸਰਸਾ ਨਦੀ ਤੋਂ ਪਾਰ ਲੰਘਣਾ, ਚਮਕੌਰ ਸਾਹਿਬ ਜੀ ਦੀ ਹਵੇਲੀ, ਮਾਛੀਵਾੜੇ ਦਾ ਜੰਗਲ, ਸੋਚ ਦੇ ਪੀਰ ਬਣ ਕੇ ਜਾਣਾ, ਮਾਲਵੇ ਦੀ ਧਰਤੀ, ਖਿਦਰਾਣੇ ਦੀ ਢਾਬ ਤੇ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚਣਾ, ਜਿਸ ਅਸਥਾਨ ਨੂੰ ਅੱਜ ਸਿੱਖ ਜਗਤ ਚੌਥਾ ਤਖਤ ਸਨਮਾਨ ਸਹਿਤ ਨਮਸਕਾਰ ਕਰਕੇ ਚੌਥੇ ਤਖਤ ਦੇ ਰੂਪ ਦੇ ਵਿੱਚ ਮੰਨਦਾ ਹੈ। ਉਸ ਸਥਾਨ ਤੇ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਡੱਲੇ ਦੀ ਬੇਨਤੀ ਪ੍ਰਵਾਨ ਕਰਕੇ ਲੰਬਾ ਸਮਾਂ ਉੱਥੇ ਰਹੇ। ਉੱਥੇ ਰਹਿ ਕਰਕੇ ਹੀ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਛੋਟੇ ਜਿਹੇ ਵਾਪਰੇ ਵਾਕਿਆ ਦੇ ਅਨੁਸਾਰ ਗੁਰੂ ਕੇ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਸਿੱਖ ਨੇ ਬਾਣੀ ਪੜ੍ਹੀ ਸੀ ਜਿਹਦਾ ਜ਼ਿਕਰ ਆਉਂਦਾ ਸੀ, ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰਸੂਰਾ। ਪਰ ਸਿੱਖ ਨੇ ਅਣਜਾਣੇ ਵਿੱਚ ਪੜਿਆ ਸੀ, ਕਰਤੇ ਕੀ ਮਿਤ ਕਰਤਾ ਜਾਣੈ, ਕੇ ਜਾਣੈ ਗੁਰਸੂਰਾ। ਇੱਕ ਦੁਲਾਵਾਂ ਨੂੰ ਲਾਂ ਬੋਲ ਕੇ ਲੰਘਿਆ ਸੀ। ਆਪ ਜੀ ਨੇ ਰੋਕਣ ਦਾ ਯਤਨ ਕੀਤਾ, ਸਿੱਖ ਪ੍ਰੇਮ ਵਿੱਚ ਮਗਨ ਹੋਇਆ, ਨਾ ਸਮਝਿਆ। ਆਪ ਜੀ ਨੇ ਉਸ ਸਿੱਖ ਨੂੰ ਚਪੇੜਾਂ ਮਰਵਾਈਆਂ। ਉਹ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਕਹਿੰਦੇ ਹੋ ਬਾਣੀ ਪੜ੍ਹ ਕੇ ਜਮਦੂਤ ਦੀਆਂ ਚਪੇਟਾਂ ਵੀ ਮੁੱਕ ਜਾਣਗੀਆਂ, ਜਮਦੂਤ ਦੀਆਂ ਪਾਈਆਂ ਟੁੱਟ ਜਾਣਗੀਆਂ, ਮੈਨੂੰ ਤੇ ਇੱਥੇ ਹੀ ਚਪੇੜਾਂ ਪੈ ਰਹੀਆਂ ਨੇ। ਮਹਾਰਾਜ ਕਹਿਣ ਲੱਗੇ ਕੀ ਹੋਇਆ? ਕਹਿਣ ਲੱਗੇ ਦੁੱਖ ਹੋਇਆ ਮਹਾਰਾਜ, ਚਪੇੜ ਵੱਜੀ ਏ। ਮਹਾਰਾਜ ਕਹਿਣ ਲੱਗੇ ਜਿਵੇਂ ਤੇਰੇ ਮੂੰਹ ਤੇ ਵੱਜੀ ਚਪੇੜ ਦਾ ਤੈਨੂੰ ਦੁੱਖ ਹੈ, ਇਸੇ ਤਰ੍ਹਾਂ ਬਾਣੀ ਦੇ ਲਗ ਮਾਤਰ ਘਾਟਾ ਵਧਾ ਕੇ ਆਪਣੀ ਮਰਜ਼ੀ ਨਾਲ ਬੋਲਣਾ, ਇਹ ਵੀ ਸਾਡੇ ਅੰਗ ਤੋੜਦੇ ਨੇ, ਸਾਡੇ ਹੱਥ ਪੈਰ ਉਂਗਲਾਂ ਮਰੋੜਨ ਦੀ ਵਰਗੇ ਨੇ। ਜਿਵੇਂ ਤੈਨੂੰ ਦੁੱਖ ਹੋਇਆ ਇਸੇ ਤਰ੍ਹਾਂ ਸਾਨੂੰ ਦੁੱਖ ਹੁੰਦਾ ਜੇ ਬਾਣੀ ਦੇ ਅੰਗ ਕੋਈ ਲਗ ਮਾਤਰ ਵਧਾ ਘਟਾ ਕੇ ਬੋਲਦੇ। ਸਤਿਗੁਰੂ ਜੀ ਸਮਝ ਕਿਵੇਂ ਲੱਗੇ? ਮਹਾਰਾਜ ਕਹਿਣ ਲੱਗੇ ਇਸ ਪੰਕਤੀ ਦੇ ਅਰਥ ਬਣਦੇ ਨੇ, ਕਰਤੇ ਪੁਰਖ ਪ੍ਰਮਾਤਮਾ ਦੀ ਮਿਤ ਮਰਜ਼ਾਦਾ ਨੂੰ ਕਰਤਾ ਜਾਣਾ, ਉਹ ਕਰਤਾ ਪੁਰਖ ਪਰਮੇਸ਼ਰ ਜਾਣਦਾ ਹੈ। ਕਹਿ ਜਾਣਾ ਗੁਰਸੂਰਾ, ਕਹਿ ਦਾ ਅਰਥ ਹੈ ਜਾਂ ਫਿਰ ਉਹਦੇ ਸਰਗੁਣ ਸਰੂਪ ਗੁਰੂ ਸੂਰਮੇ ਜਾਣਦੇ ਨੇ ਉਸ ਕਰਤੇ ਦੀ ਮਰਜ਼ਾਦਾ ਨੂੰ। ਤੇ ਜੇ ਇਸ ਕਹਿ ਦੇ ਥਾਂ ਤੇ ਕੇ ਪੜਾਂਗੇ ਤੇ ਬਣ ਜਾਂਦਾ ਹੈ ਕਰਤੇ ਕੀ ਮਿਤ ਕਰਤਾ ਜਾਣਾ। ਉਹ ਕਰਤੇ ਦੀ ਮਿਤ ਮਾਨ ਮਰਜ਼ਾਦਾ ਨੂੰ ਕਰਤਾ ਅਕਾਲ ਪੁਰਖ ਜਾਣਦਾ ਹੈ। ਕੇ ਜਾਣਾ ਗੁਰਸੂਰਾ, ਤੇ ਉਹਦਾ ਸਰਗੁਣ ਸਰੂਪ ਵਿੱਚ ਪ੍ਰਗਟ ਹੋ ਕੇ ਗੁਰੂ ਸੂਰਮਾ ਜਿਹੜਾ ਉਹ ਕੀ ਜਾਣਦਾ? ਕੁਝ ਵੀ ਨਹੀਂ ਜਾਣਦਾ। ਬਿਲਕੁਲ ਹੀ ਅਰਥ ਦਾ ਅਨਰਥ ਬਣ ਗਿਆ। ਮਹਾਰਾਜ ਜੀ ਕਿਰਪਾ ਕਰਕੇ ਅਰਥ ਪੜਾਓ, ਫੇਰ ਸਮਝ ਲੱਗੇਗੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਸੀ, ਜੰਗਾਂ ਯੁੱਧਾਂ ਦਾ ਸਮਾਂ ਹੈ, ਜੰਗਾਂ ਯੁੱਧਾਂ ਦਾ ਕਮਰ ਕੱਸਾ ਖੁੱਲੇਗਾ, ਫੇਰ ਪੜਾਵਾਂਗੇ। ਤੁਹਾਡੇ ਨਾਲ ਬਚਨ ਰਿਹਾ। ਦਮਦਮਾ ਸਾਹਿਬ ਦੀ ਧਰਤੀ ਤੇ ਖਿਦਰਾਣੇ ਦੀ ਢਾਬ ਦੇ ਇਸ ਜੰਗ ਤੋਂ ਬਾਅਦ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਸਿੱਖਾਂ ਨੇ ਫਿਰ ਬੇਨਤੀ ਕੀਤੀ। ਮੈਂ ਬਹੁਤ ਸੰਖੇਪ ਵਿੱਚ ਬੇਨਤੀ ਕਰ ਰਿਹਾ, ਨਹੀਂ ਤੇ ਵਿਸਥਾਰ ਪੂਰਵਕ ਇੱਥੋਂ ਮੇਰੇ ਸੱਚੇ ਪਾਤਸ਼ਾਹ ਜੀ ਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਵੱਲੋਂ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਵਾ ਕੇ ਜਿਹੜਾ ਸਰੂਪ ਲਿਖਿਆ ਸੀ, ਉਹ ਸਰੂਪ ਕਰਤਾਰਪੁਰ ਜਲੰਧਰ ਦੇ ਨਜ਼ਦੀਕ ਧੀਰਮਲ ਦੇ ਪਰਿਵਾਰ ਕੋਲੇ ਹੈ। ਤੇ ਮਹਾਰਾਜ ਸਾਹਿਬ ਨੇ 25 ਸਿੱਖ ਭੇਜੇ ਸਨ, ਉਹ ਸਰੂਪ ਲੈ ਕੇ ਆਓ, ਉਹ ਬਾਣੀ ਵੀ ਲਿਖਾਵਾਂਗੇ, ਨਾਲ ਇਹਦੇ ਵਿੱਚ ਜੋ ਨਾਵੇਂ ਪਾਤਸ਼ਾਹ ਜੀ ਦੀ ਬਾਣੀ ਅੰਕਿਤ ਹੋਣ ਵਾਲੀ ਹੈ ਉਹ ਲਿਖਾ ਕੇ ਉਹਨੂੰ ਸੰਪੂਰਨ ਕਰੀਏ। ਧੀਰਮਲ ਨੇ ਅੱਗਿਓਂ ਇਹ ਤਾਣਾ ਮਾਰ ਕੇ, ਇਹ ਮਿਹਣਾ ਮਾਰ ਕੇ ਮੋੜ ਦਿੱਤਾ ਸੀ ਆਏ ਸਿੱਖਾਂ ਨੂੰ ਕਿ ਜੇ ਤੁਹਾਡਾ ਗੁਰੂ ਵਾਕਿਆ ਹੀ ਗੁਰੂ ਹੈ ਤੇ ਫਿਰ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਾਣੀ ਆਪਣੇ ਕੰਠੋਂ ਕਿਉਂ ਨਹੀਂ ਉਚਾਰ ਲੈਂਦਾ? ਮੇਰੇ ਕੋਲੋਂ ਮੇਰੇ ਵੱਡਿਆਂ ਦੀ ਨਿਸ਼ਾਨੀ ਕਿਉਂ ਖੋਹਦਾ? ਇਹ ਬਚਨ ਜਦੋਂ ਸਤਿਗੁਰਾਂ ਨੂੰ ਆਣ ਕੇ ਸਿੱਖਾਂ ਨੇ ਦੱਸੇ, ਫਿਰ ਇਸ ਪਾਵਨ ਪਵਿੱਤਰ ਸਥਾਨ ਧਰਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੱਤਕ ਸੁਦੀ ਪੂਰਨਮਾਸ਼ੀ 1762 ਬਿਕਰਮੀ ਸੰਮਤ ਨੂੰ ਸੋ ਇਸੇ ਤਰੀਕੇ ਦੇ ਨਾਲ ਇਹ ਕਾਰਜ ਆਰੰਭ ਕਰਕੇ 23 ਸਾਵਣ 1763 ਬਿਕਰਮੀ ਸੰਮਤ ਨੂੰ ਸੰਪੂਰਨ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ 9 ਮਹੀਨੇ 9 ਦਿਨ 9 ਪਹਿਰ ਤੇ 9 ਪਲਾਂ ਵਿੱਚ ਸੰਪੂਰਨ ਸਰੂਪ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਲਿਖਾਈ ਲਾ ਕੇ ਲਿਖਵਾਇਆ। ਸਵੇਰ ਵੇਲੇ ਲਿਖਵਾਇਆ ਜਾਂਦਾ ਹੈ, ਸ਼ਾਮ ਨੂੰ ਉਹ ਸਵੇਰ ਦੀ ਲਿਖੀ ਹੋਈ ਬਾਣੀ ਦੀ ਕਥਾ ਵਿਖਿਆਨ ਹੁੰਦਾ ਹੈ।
कथा करके समझाया जाता है उपदेश। भाई मनी सिंह साहब जी इस ग्रंथ के लिखारी ने। जे ये दमदमा साहब के पावन स्थान ते ये बीड़ लिखी गई, उसे करके मुड़ के अज जो गुरु ग्रंथ साहब का साडे कोले स्वरूप है, इनू सारे तो आरंभता विच लिखिया जाता कि दमदमी बीड़। इसे करके वो दमदमा साहब लिखी गई, इसे करके उन्होंने दमदमी किया गया। तो उस दमदमी बीड़ नाल ये सारे अज के स्वरूपों की सधाई की ਉਹਦੇ ਨਾਲ मिला के सारे पाठ लिखे जाते हैं, इस करके इन्हू दमदमी बीड़ लिखिया जाता है। सो बाबा दीप सिंह साहब जी नूं सारे इन्हां कारजां विच सहायक की सेवा बख्शी गई, क्योंकि जदों लिखारी ने लिखना है उन्होंने कागज भी चाहिए, उन्होंने स्याही तैयार चाहिए है, उन्होंने कलमां आदि तैयार हुई चाहिए ने, ये काफ़ी समा लगता है। अज वर्गा कोई प्रिंटिंग प्रैस वाला सिस्टम तो है नहीं सी। बाबा दीप सिंह साहब जी ने सारा कुछ बाकी समान तैयार करके देना। सवेर चढ़िया है, स्वरूप की लिखवाई आरंभ हुई है। पहले दिन की लिखत एक ओंकार सतनाम करता पुरख तो शुरू करके जपजी साहब संपूर्ण, रहरास साहब के संपूर्ण शब्द, सोहले साहब के संपूर्ण शब्द जो लेके गुरु ग्रंथ साहब का पहले दिन की लिखाई का कार्य संपूर्ण होया। शाम के वेले इन्हां सारी बाणी की कथा विख्यान होया। अगले दिन जिस वेले भाई मनी सिंह साहब जी फिर दोबारा लिखण लगे, जिहड़ी कलम नाल पहले दिन इन्नी लिखी सी, आप जी ने वेख्या होएगा छोटे हुंदियां फट्टियां लिखते रहे हाँ, जदों एक दो चार वार वो फट्टी एक कलम नाल लिख लईदी सी, ते उहदे तो बाद हौली हौली घस घस के वो काने दा कलम दा जिहड़ा नुक्का है वो मोटा हो जाता, चौड़ा हो जाता, उन्होंने फिर दोबारा घड़ना पैंदा है। भाई मनी सिंह साहब जी ने वो कलम फिर बाबे दीप सिंह वाल नूं कीती कि इहनूं फिर नक्के नूं घड़ के दिता जाए, चौड़ा हो गया। ते बाबा दीप सिंह साहब जी बाणी प्रति जिवें हुणे जिक्र कीता सी ना कि बाबा दीप सिंह साहब जी भाई मनी सिंह साहब जी बंद कटवा लैंदे ने, सिक्की सिदक विच पूरे रहिंदे ने। बाबा दीप सिंह साहब दा सिर धड़ नालों वखरा हो जाता है, फिर भी उस आनंद विच फर्क नहीं पिया। इत्थों तक पहुंचा किवें गया? इत्थों तक पहुंचण वास्ते सानू गुरु बाणी उत्ते पूर्ण भावना बनाउणी पैणी है। गुरु बाणी नूं गुरु समझना पैना है, गुरु बाणी दे एक एक अखर लग मात्र नूं गुरु समझना पैना। गुरु सच्चे पातशाह जी दी इस बाणी दे प्रति बाबा दीप सिंह साहब जी दी भावना वेखियो। जिस वेले वो घरिया कलम दा चौड़ा होया नक्का घड़न वास्ते बाबा दीप साहब नूं कहा जांदा ते अग्गों अखां नम करके कहंदे ने भाई मनी सिंह मैं दूसरा नवा काना घड़ के कलम बना के ते तेनू दे सकता हाँ, पर जेड़ी कलम दे नक्के ने मेरे दीन दुनिया दे मालक धन गुरु नानक देव साहब जी की बाणी दे अखर लिखे ने, उस कलम दे नक्के उत्ते मेरा बलेट नहीं चल सकता, मेरी हैसियत नहीं कि मैं उन्होंने घड़ा। इस करके नवी कलम घड़ के दी जाती है। हर रोज इस तरह नवीं कलमां घड़ के दित्तियां जांदियां ने। जिवें पहलों जिक्र किया कि 9 महीने 9 दिन 9 पैर ये सारा कार्य संपूर्ण हुंदियां लगे। सो सारे दिन सवेर की बाणी लिखी जाती, शाम के वेले कथा विख्यान कलगीधर पिता गुरु गोबिंद सिंह साहब जी आप करते। महापुरुषों ने यह भी जिक्र किया कि जिस वेले कलगीधर पिता गुरु गोबिंद सिंह साहब जी कथा करते हैं तो भाई मनी सिंह साहब जी नाल उस शब्दों के पाठ का पाठी बन के पाठ करते हैं। उत्थे अपने आप नूं किते लैके चलीए भावना के तल ते। इत्थे तां साडे कथा विख्यान हुंदे आ भी एक दूजे के सवाल साडियां अपने मन दीयां ईरखां बजियां होईयां ओही सानूं दुखी करी जांदियां ने। पर जिस वेले सतगुरु कलगीधर पिता आप निरंकार दा स्वरूप ते फिर आप निरंकार दी धुरों आई अकाली बाणी की व्याख्या कर रहे हैं ते पूर्ण ब्रह्म ज्ञानी गुरसिख बाबा मनी सिंह साहब जी उस बाणी का पाठ कर रहे हैं ते बाबा दीप सिंह साहब वर्गे ब्रह्म ज्ञानी बह के सुन रहे हैं। उस वेले वो आनंद किहो जिहा होवेगा, उस वेले दी वो वातावरण किहो जिहा होवेगा, वो तरंगां वो लहरां किहो जिहियां होणगीਆਂ ਜਿਹੜੇ लोग साडे वर्गे भी किते भुल के भी उत्थे मत्था टेक करके बह जांदे होणगे, उठण नूं जी नहीं करदा होवेगा। उठ के तलखी वां कदे बाहर चले गए कदे अंदर आ गए, इतरा नहीं हुंदा होवेगा। सो इस रूप दे विच सारा संपूर्ण स्वरूप लिखिया गया, कथा विख्यान होया ते जिन्हां गुरसिखां ने सारा स्वरूप गुरबाणी दे कथा दे रूप दे विच सरवण कीता, उन्हां 48 ਸਿੰਘਾਂ ਦਾ इतिहास दे पन्निਆਂ ਦੇ ਉੱਤੇ ਜ਼ਿਕਰ आउंदा कि बधे मुक्त हो गए, बधे मुक्त। अज दे गुरबाणी दे शब्द की व्याख्या विच भी मुक्तियां दा जिक्र आउणा है, खैर आपां उत्थे जाके जिक्र करांगे। सो सतगुरु सच्चे पातशाह जी कहंदे ओ बधे मुक्तां दे विचों
ਦੋ ਨੂੰ ਸਤਿਗੁਰਾਂ ਨੇ ਆਪਣਾ ਪਵਿੱਤਰ ਹਸਤ ਕਮਲ ਉਹਨਾਂ ਦੇ ਸੀਸ ਤੇ ਲਾ ਕੇ ਕਿਹਾ ਸੀ, ਤੁਸੀਂ ਸਰੀਰ ਦੀ ਹੋਸ਼ ਵਿੱਚ ਆਓ, ਤੁਹਾਡੇ ਕੋਲੋਂ ਸਰੀਰਕ ਸੇਵਾਵਾਂ ਵੀ ਲੈਣੀਆਂ ਨੇ। ਇਹ ਧਿਆਨ ਕਰਕੇ ਤਰਕਾਂ ਵਾਲਿਆਂ ਨੇ ਬਹੁਤ ਕੁਝ ਲਿਖਿਆ ਕਿ ਭਾਈ ਮਨੀ ਸਿੰਘ ਸਾਹਿਬ ਜੀ ਨੇ ਅੱਗੇ ਆ ਕੇ ਸੋ ਬਾਣੀ ਦੀਆਂ ਛੋਟੀਆਂ ਪੋਥੀਆਂ ਲਿਖ ਦਿੱਤੀਆਂ, ਕਿਉਂਕਿ ਪੰਜ ਗ੍ਰੰਥੀ ਆਦਿਕ ਪੋਥੀਆਂ ਗੁਟਕੇ ਸਾਹਿਬ ਨਿਤਨੇਮ ਦੇ ਇਹ ਭਾਈ ਮਨੀ ਸਿੰਘ ਸਾਹਿਬ ਨੇ ਲਿਖੇ ਨੇ। ਜਿਹੜੇ ਰਹਿਰਾਸ ਸਾਹਿਬ ਦਾ ਪਾਠ ਅੱਜ ਕਈਆਂ ਤੇ ਵੱਧ, ਕਈਆਂ ਗੁਟਕਿਆਂ ਤੇ ਘੱਟ, ਜਿਹੜਾ ਸੰਪਰਦਾਵਾਂ ਵਿੱਚ ਚੱਲਿਆ ਆਉਂਦਾ ਉਹ ਇਹੋ ਹੀ ਰਹਿਰਾਸ ਸਾਹਿਬ ਦਾ ਪਾਠ ਚੱਲਿਆ ਆਉਂਦਾ ਜਿਹੜਾ ਭਾਈ ਮਨੀ ਸਿੰਘ ਸਾਹਿਬ ਜੀ ਨੇ ਪੰਜ ਗ੍ਰੰਥੀ ਪੋਥੀ ਤੇ ਲਿਖਿਆ। ਸੋ ਇਸ ਰੂਪ ਦੇ ਵਿੱਚ ਉਹ ਲਿਖਤਾਂ ਬਣਾ ਦਿੱਤੀਆਂ, ਉਹ ਸਾਡਾ ਨਿਤਨੇਮ ਮੁਕਰਰ ਕਰ ਦਿੱਤਾ, ਜਿਹੜਾ ਗੁਰੂ ਸਾਹਿਬਾਂ ਦੇ ਆਪਣੀ ਹਾਜ਼ਰੀ ਵਿੱਚ ਹੁੰਦਾ ਰਿਹਾ। ਉਸੇ ਨੂੰ ਹੀ ਗੁਰੂ ਕੇ ਸਿੱਖਾ ਜੇ ਫਾਲੋ ਕਰਕੇ ਚੱਲੇਗਾ ਤੇ ਬਰਕਤਾਂ ਦਾ ਭਾਗੀਦਾਰ ਬਣੇਗਾ। ਜੇ ਉਹਦੇ ਵਿੱਚ ਵਾਧ ਘਾਟ ਕਰਕੇ, ਮੈਂ ਵਾਧ ਘਾਟ ਦੋਵੇਂ ਅੱਖਰ ਵਰਤੇ ਨੇ ਕਿਉਂਕਿ ਕਈਆਂ ਵਿੱਚ ਘਟਾ ਦਿੱਤਾ ਗਿਆ ਤੇ ਕਈਆਂ ਨੂੰ ਹੋਰ ਕਈ ਕੁਝ ਹੋਰ ਮਿਲਾ ਕੇ ਇਹਨਾਂ 'ਚ ਹੋਰ ਵਾਧਾ ਕਰ ਦਿੱਤਾ ਗਿਆ। ਨਹੀਂ, ਆਪਣੇ ਮਰਜ਼ੀ ਨਾਲ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਜਿਹੜਾ ਵੀ ਕਰਦਾ ਉਹ ਦੇਣਦਾਰ ਹੈ। ਸੋ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਇਹ ਬਾਣੀ ਦੀਆਂ ਪੋਥੀਆਂ ਲਿਖੀਆਂ, ਕੀਤਾ ਸਾਡਾ ਤੁਹਾਡਾ ਭਲਾ, ਤੇ ਅੱਗੇ ਸਾਡੇ ਵਰਗਿਆਂ ਬੁੱਧੀਜੀਵੀ ਵਿਦਵਾਨਾਂ ਨੇ ਉਹਦੇ ਤੇ ਆਪਣੀਆਂ ਲਿਖਤਾਂ, ਕਈਆਂ ਗ੍ਰੰਥਾਂ ਵਿੱਚ ਇਹ ਤਰਕਾਂ ਲਿਖ ਦਿੱਤੀਆਂ ਵੀ ਭਾਈ ਮਨੀ ਸਿੰਘ ਸਾਹਿਬ ਜੀ ਨੇ ਬਾਣੀ ਦੇ ਗੁਟਕੇ ਪੋਥੀਆਂ ਨਿੱਕੇ ਨਿੱਕੇ ਵੱਖਰੇ ਵੱਖਰੇ ਸਰੂਪ ਛਾਪੇ ਤੇ ਪੰਥ ਨੇ ਇਸੇ ਤੋਂ ਗੁੱਸੇ ਹੋ ਕੇ ਸ਼ਰਾਪ ਦੇ ਦਿੱਤਾ, ਤੇਰਾ ਵੀ ਸਰੀਰ ਦਾ ਅੰਗ ਅੰਗ ਕੱਟਿਆ ਜਾਣਾ ਜਿੱਦਾਂ ਤੂੰ ਬਾਣੀ ਦੇ ਕੱਟੇ। ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਰਥਾਏ ਕਈਆਂ ਵਿਦਵਾਨਾਂ ਨੇ ਲਿਖ ਦਿੱਤਾ। ਮੈਂ ਇਹ ਗੱਲ ਤਾਂ ਜ਼ਿਕਰ ਕਰਦਾ ਕਿਤੇ ਇਹੋ ਜੀ ਕਿਸੇ ਵੀ ਭੰਬਲ ਭੂਸੇ ਵਿੱਚ ਪੈ ਕੇ ਜਾਂ ਇਹੋ ਜੀ ਕੋਈ ਵੀ ਲਿਖਤ ਸਾਹਮਣੇ ਆ ਜਾਏ ਤੇ ਕਦੇ ਵੀ ਇਹੋ ਜੀਆਂ ਗੱਲਾਂ ਨੂੰ ਪੜ੍ਹ ਸੁਣ ਕੇ ਸ਼ੰਕਾਵਾਦੀ ਨਹੀਂ ਹੋਣਾ। ਬਾਬਾ ਦੀਪ ਸਿੰਘ ਸਾਹਿਬ ਆਤੇ ਲਿਖ ਦਿੱਤਾ ਕਿ ਜਿਹੜਾ ਬਾਣੀ ਦਾ ਸ਼ਬਦ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਕਹਿੰਦੇ ਮੁਰੀਦਾਂ ਦੇ ਥਾਂ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਆਪਣੀ ਮਰਜ਼ੀ ਨਾਲ ਕੱਟ ਕੇ ਮਿੱਤਰ ਪਿਆਰੇ ਨੂੰ ਹਾਲ ਫਕੀਰਾਂ ਦਾ ਕਹਿਣਾ ਲਿਖ ਦਿੱਤਾ, ਤਾਂ ਕਿ ਪੰਥ ਨੇ ਸ਼ਰਾਪ ਦਿੱਤਾ ਜਿਵੇਂ ਤੂੰ ਬਾਣੀ ਦਾ ਅੱਖਰ ਵੱਢ ਕੇ ਵਸਾ ਕੀਤਾ ਇਸੇ ਤਰ੍ਹਾਂ ਤੇਰਾ ਸਿਰ ਵੀ ਧੜ ਨਾਲੋਂ ਵੱਖਰਾ ਹੋਵੇਗਾ। ਨਹੀਂ ਨਹੀਂ, ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਇਹ ਸਭ ਕੁਝ ਗਲਤ ਹੈ, ਇਹ ਲਿਖਤਾਂ ਝੂਠ ਨੇ। ਕਿਉਂਕਿ ਕਲਗੀਧਰ ਪਿਤਾ ਜੀ ਨੇ ਜਦੋਂ ਇਹ ਸਾਰੀ ਦੀ ਸੰਪੂਰਨ ਬਾਣੀ ਦੀ ਕਥਾ ਉਹਨਾਂ 48 ਸਿੰਘਾਂ ਨੇ ਸੁਣੀ, ਬਦੇ ਮੁਕਤ ਹੋ ਗਏ। ਉਹਨਾਂ ਦੋਵਾਂ ਗੁਰਸਿੱਖਾਂ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਤੁਹਾਡੇ ਕੋਲ ਸਰੀਰਕ ਸੇਵਾ ਲੈਣੀ ਹੈ, ਮਹਾਰਾਜ ਕਿਰਪਾ ਕਰੋ। ਆ ਸੁਣਿਓ ਧਿਆਨ ਨਾਲ, ਮਹਾਰਾਜ ਕਿਰਪਾ ਕਰੋ, ਜਿਹੜੇ ਆਨੰਦ ਵਿੱਚ ਲੀਨ ਸੀ ਉੱਥੇ ਹੀ ਰਹਿਣ ਦਿਓ। ਤਾਂ ਉੱਥੇ ਫਿਰ ਕਲਗੀਆਂ ਵਾਲੇ ਦਾ ਸਾਥ ਹੋਵੇ ਸਿੱਖ ਦੇ ਸਿਰ ਤੇ ਨਾਲ ਵਰਦਾਨ ਦੇ ਬਚਨ ਨਿਕਲਣ ਕਿ ਬਾਬਾ ਦੀਪ ਸਿਆ ਫਿਕਰ ਨਾ ਕਰ, ਬਾਣੀ ਦੇ ਇਸ ਆਨੰਦ ਵਿੱਚ ਇਸੇ ਤਰ੍ਹਾਂ ਲੀਨ ਰਵੇਂਗਾ ਭਾਵੇਂ ਆਉਣ ਵਾਲੇ ਸਮੇਂ ਦੇ ਵਿੱਚ ਤੇਰਾ ਸਿਰ ਤੇ ਧੜ ਵੀ ਵੱਖਰਾ ਕਿਉਂ ਨਾ ਹੁੰਦਾ ਹੈ। ਭਾਈ ਮਨੀ ਸਿੰਘਾ, ਤੂੰ ਵੀ ਇਸੇ ਆਨੰਦ ਵਿੱਚ ਇਸੇ ਤਰ੍ਹਾਂ ਲੀਨ ਰਵੇਂਗਾ, ਸਮਾਂ ਬਣਨ ਤੋਂ ਭਾਵੇਂ ਤੇਰੇ ਸਰੀਰ ਦਾ ਟੁਕੜਾ ਟੁਕੜਾ ਕਰਕੇ ਬੰਦ-ਬੰਦ ਤੇ ਕੱਟਿਆ ਜਾ ਸਕਦਾ ਹੈ, ਪਰ ਤੇਰੇ ਆਨੰਦ ਵਿੱਚ ਫਰਕ ਨਹੀਂ ਪਏਗਾ। ਇਹ ਸਰਾਪ ਨਹੀਂ ਆ, ਇਹ ਤੇ ਗੁਰੂ ਦਾ ਵਰਦਾਨ ਮਿਲਿਆ, ਗੁਰੂ ਦੀਆਂ ਅਸੀਸਾਂ ਮਿਲੀਆਂ ਨੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਝੋਲੀ ਪਾਈਆਂ ਨੇ ਇਹਨਾਂ ਦੋਨਾਂ ਗੁਰੂ ਕਿਆਂ ਲਾਲਾਂ ਦੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਮਹਾਨ ਕਾਰਜ ਸੰਪੂਰਨ ਕੀਤਾ। ਇਥੋਂ ਕੁਝ ਸਮਾਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੰਦੇੜ ਦੀ ਧਰਤੀ ਦੱਖਣ ਵਾਲੇ ਪਾਸੇ ਨੂੰ ਗਏ। ਮੈਂ ਟੂਕ ਮਾਤਰ ਤੇ ਥੋੜਾ ਜਿਹਾ ਜ਼ਿਕਰ, ਜਿੱਥੇ ਜਿੱਥੇ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਸੇਵਾ ਦਾ ਜ਼ਿਕਰ ਹੈ, ਸੋ ਇੱਥੇ ਇਹ ਸੇਵਾਵਾਂ ਹੋਈਆਂ। ਫਿਰ ਹਜੂਰ ਸਾਹਿਬ ਨਾਲ ਗਏ ਤੇ ਸਤਿਗੁਰੂ ਜੀ ਨੇ ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਕੇ ਆਪ ਸਰੀਰਕ ਰੂਪ ਦੇ ਵਿੱਚ ਜੋਤੀ ਜੋ ਸਮਾ ਜਾਣਾ, ਸਰੀਰ ਤਿਆਗ ਜਾਣਾ ਹੈ, ਉਸ ਵੇਲੇ ਆਪ ਜੀ ਨੇ ਇਤਿਹਾਸ ਪੜ੍ਹਿਆ ਸੁਣਿਆ ਹੋਏਗਾ ਅੱਗੇ ਵੀ ਕਿ ਇੱਕ ਸਿੰਘ ਹਜੂਰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਚੌਰ ਬਰਦਾਰ ਤੇ 5 ਸਿੰਘ 5 ਪਿਆਰਿਆਂ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਤਾਬਿਆ ਖੜੇ ਕਰਕੇ ਫਿਰ ਗੁਰਿਆਈ ਦਿੱਤੀ। ਤੇ ਉਹ ਜਿਹੜੇ ਚੌਰ ਬਰਦਾਰ ਦੀ ਸੇਵਾ ਸੀ ਉਹ ਵੀ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਪ੍ਰਾਪਤ ਹੋਏ। ਤੇ ਜਿਹੜੇ 5 ਸਿੰਘ ਤਾਬਿਆ ਗੁਰੂ ਗ੍ਰੰਥ ਸਾਹਿਬ ਦੇ 5 ਪਿਆਰਿਆਂ ਦੇ ਰੂਪ ਵਿੱਚ ਖੜੇ ਕੀਤੇ ਸਨ, ਉਹਨਾਂ ਵਿੱਚ 5 ਪਿਆਰਿਆਂ ਵਿੱਚੋਂ ਭਾਈ ਦਇਆ ਸਿੰਘ ਜੀ, ਫਿਰ ਦੂਸਰੇ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦ, ਤੀਸਰੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ। ਸੰਤੋਖ ਸਿੰਘ ਸਾਹਿਬ ਜੀ ਉਹ ਗੁਰਸਿੱਖ ਨੇ ਜਿਹੜੇ ਗੁਰੂ ਕਲਗੀਧਰ ਪਿਤਾ ਜੀ ਤੋਂ ਬਾਅਦ ਹਜੂਰ ਸਾਹਿਬ ਦੇ ਤਖਤ ਦੇ ਪਹਿਲੇ ਮੁੱਖ ਸੇਵਾਦਾਰ ਬਣੇ ਨੇ। ਫਿਰ ਇਸੇ ਤਰ੍ਹਾਂ ਚੌਥੇ ਹਨ ਭਾਈ ਹਰ ਸਿੰਘ ਜੀ, ਜਿਹੜੇ ਸ਼ੁਰੂ ਤੋਂ ਲੈ ਕੇ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਰਹਿ ਕੇ ਤੇ ਸਤਿਗੁਰਾਂ ਦੀ ਰੋਜ਼ਾਨਾ ਦੀ ਡਾਇਰੀ ਲਿਖਿਆ ਕਰਦੇ ਸਨ। ਡਾਇਰੀ ਬਰਦਾਰ ਉਹਨਾਂ ਨੂੰ ਕਿਹਾ।
ਉਹ ਭਾਈ ਹਰ ਸਿੰਘ ਜੀ ਚੌਥੇ। ਤੇ ਪੰਜਵੇਂ ਹਨ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ, ਜਿਹੜੇ ਬਾਬਾ ਦੀਪ ਸਿੰਘ ਤੋਂ ਬਾਅਦ ਇਸ ਸੰਪਰਦਾ ਦੇ ਮੁਖੀ ਬਣੇ ਤੇ ਜਿਨ੍ਹਾਂ ਨੇ ਵੀ ਅਕਾਲ ਤਖਤ ਸਾਹਿਬ ਦੀ ਰਾਖੀ ਵਾਸਤੇ ਆਪਣੀ ਸ਼ਹੀਦੀ ਦਾ ਬਾਟਾ ਛਕਿਆ। ਤੇ ਅਕਾਲ ਤਖਤ ਸਾਹਿਬ ਦਰਸ਼ਨ ਕਰਨ ਵਾਸਤੇ ਜਾਓ ਤੇ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਦੇ ਪਿਛਲੇ ਬੰਨੇ ਇੱਕ ਛੋਟਾ ਜਿਹਾ ਗੁਰਦੁਆਰਾ ਸਥਾਨ ਹੈ, ਉਹ ਸ਼ਹੀਦੀ ਬੁੰਗਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਦਾ, ਉਹਨਾਂ ਦੀ ਸ਼ਹੀਦੀ ਦੀ ਯਾਦ ਵਿੱਚ ਉਹ ਬੁੰਗਾ ਲਿਖਿਆ ਬਣਿਆ ਹੈ। ਸੋ ਪੰਜਵੇਂ ਇਹ ਭਾਈ ਗੁਰਬਖਸ਼ ਸਿੰਘ ਜੀ ਸ਼ਹੀਦ, ਇਹ ਪੰਜ ਪਿਆਰਿਆਂ ਦੀ ਹਾਜ਼ਰੀ, ਭਾਈ ਮਨੀ ਸਿੰਘ ਸਾਹਿਬ ਜੀ ਚੌਰ ਬਰਦਾਰੀ ਦੀ ਸੇਵਾ, ਫਿਰ ਕਲਗੀਧਰ ਪਿਤਾ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ 5 ਪੈਸੇ ਨਾਰੀਅਲ ਰੱਖ ਕੇ ਪਰਿਕਰਮਾ ਕਰਕੇ ਖਾਲਸੇ ਸਮੇਤ ਇਹ ਬਚਨ ਕੀਤੇ ਸਨ, ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਉਹਨਾਂ ਮਹਾਨ ਸੇਵਾਵਾਂ ਵਿੱਚ ਇਹਨਾਂ ਗੁਰੂ ਕੇ ਲਾਲਾਂ ਦੀਆਂ ਹਾਜ਼ਰੀਆਂ ਨੇ, ਗੁਰੂ ਕੇ ਖਾਲਸੇ ਦੀਆਂ ਇਹ ਸੇਵਾਵਾਂ ਨੇ ਬਾਬਾ ਦੀਪ ਸਿੰਘ ਸਾਹਿਬ, ਭਾਈ ਮਨੀ ਸਿੰਘ ਸਾਹਿਬ ਵਰਗੇ ਸੂਰਮਿਆਂ। ਫਿਰ ਇੱਥੋਂ ਹੀ ਅੱਗੇ ਤੁਰੀਏ 1708 ਵਿੱਚ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾਉਂਦੇ ਨੇ। ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੀ ਧਰਤੀ ਵੱਲ ਭੇਜਦੇ ਨੇ ਤੇ 1708 ਤੋਂ ਲੈ ਕੇ ਜੇ ਭੁੱਲਦਾ ਨਹੀਂ ਤੇ 1516 ਤੱਕ ਜਿੰਨੀਆਂ ਜੰਗਾਂ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਨੇ ਕੀਤੀਆਂ, ਬਾਬਾ ਦੀਪ ਸਿੰਘ ਸਾਹਿਬ ਆਪਣਾ ਜਥਾ ਨਾਲ ਲੈ ਕੇ ਸੇਵਾਵਾਂ ਵਿੱਚ ਰਹੇ। ਫਿਰ ਇੱਥੇ ਤਤ ਖਾਲਸਾ ਤੇ ਬੰਦਈ ਖਾਲਸਾ ਦਾ ਝਗੜਾ ਪੈਦਾ ਹੋਇਆ। ਖੈਰ ਮੇਰਾ ਅੱਜ ਦਾ ਇਹ ਵਿਸ਼ਾ ਕੋਈ ਇਸ ਗੱਲ ਦੀ ਵਿਆਖਿਆ ਵਿੱਚ ਜਾਣਦਾ ਨਹੀਂ, ਪਰ ਜਿਹੜੇ ਇਤਿਹਾਸ ਦੇ ਪੰਨੇ ਨੇ ਕਦੇ ਝੂਠੇ ਨਹੀਂ ਹੋ ਸਕਦੇ, ਕਦੇ ਉਹਨਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਤਤ ਖਾਲਸਾ ਤੇ ਬੰਦਈ ਖਾਲਸਾ ਦਾ ਝਗੜਾ ਹੋਇਆ। ਝਗੜਾ ਇੱਥੋਂ ਤੱਕ ਚਲਿਆ ਗਿਆ ਕਿ ਦਰਬਾਰ ਸਾਹਿਬ ਦੇ ਪਾਵਨ ਸਥਾਨ ਤੇ ਵੀ ਲੜਾਈ ਹੋਣ ਤੱਕ ਦੀਆਂ ਅਹਿਮਤਾਂ ਬਣ ਗਈਆਂ। ਉੱਥੇ ਫਿਰ ਬਾਬਾ ਦੀਪ ਸਿੰਘ ਸਾਹਿਬ ਤੇ ਭਾਈ ਮਨੀ ਸਿੰਘ ਸਾਹਿਬ ਜੀ ਜੋ ਦੂਰਦਰਸ਼ੀ ਨੇ, ਬ੍ਰਹਮ ਗਿਆਨੀ ਨੇ, ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ, ਉਹਨਾਂ ਦੇ ਚਰਨਾਂ ਦੀ ਛੋਹ ਪ੍ਰਾਪਤ ਹੋਈ। ਉਹਨਾਂ ਨੇ ਬੜੀ ਦਿਆਨਤਦਾਰੀ ਨਾਲ, ਦੂਰ ਅੰਦੇਸ਼ੀ ਨਾਲ ਇੱਕ ਫੈਸਲਾ ਸਿੱਖ ਕੌਮ ਦੀ ਝੋਲੀ ਪਾਇਆ, ਆਓ ਖਾਲਸਾ ਜੀ ਤਤ ਖਾਲਸੇ ਦਾ ਤੇ ਬੰਦਈ ਖਾਲਸੇ ਦਾ ਝਗੜਾ ਅਸੀਂ ਗੁਰੂ ਤੇ ਛੱਡ ਦਈਏ, ਜੋ ਗੁਰੂ ਫੈਸਲਾ ਦੇ ਉਹਨੂੰ ਮੰਨੀਏ। ਤਾਂ ਉਸ ਵੇਲੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਦੇ ਦਰ ਤੇ ਦਰਬਾਰ ਸਾਹਿਬ ਦੇ ਜਦੋਂ ਆਪਾਂ ਦਰਸ਼ਨ ਕਰਨ ਵਾਸਤੇ ਜਾਂਦੇ ਆ, ਮੱਥਾ ਟੇਕ ਕੇ ਜਦੋਂ ਪਰਿਕਰਮਾ ਕਰਦੇ ਆ, ਪਿਛਲੇ ਬੰਨੇ ਆਉਨੇ ਆ, ਅੱਜ ਵੀ ਉੱਥੇ ਖਲੋਤੇ ਗੁਰਸਿੱਖ ਸੇਵਾ ਕਰ ਰਹੇ ਹੁੰਦੇ ਨੇ। ਜੇ ਨਾ ਵੀ ਹੋਣ ਤੇ ਅਸੀਂ ਉੱਥੋਂ ਚੂਲਾ ਲੈ ਕੇ ਛਕਦੇ ਆ। ਉਸ ਪਾਸੇ ਵਾਲੀ ਉਸ ਪੌੜੀ ਨੂੰ ਹਰ ਕੀ ਪੌੜੀ ਕਿਹਾ ਜਾਂਦਾ। ਉਸ ਹਰ ਕੀ ਪੌੜੀ ਉੱਤੇ ਇਹਨਾਂ ਗੁਰੂ ਕਿਆਂ ਖਾਲਸਿਆਂ ਨੇ ਆਪਣੀਆਂ ਸਿਆਣਪਾਂ, ਗੁਰੂ ਬਖਸ਼ੀ ਹੋਈ ਸਿੱਖਿਆ ਤੇ ਗੁਰਮਤਿ ਅਨੁਸਾਰ 2 ਪਰਚੀਆਂ ਲੈ ਕੇ ਪਾ ਦਿੱਤੀਆਂ ਤੇ ਇਹ ਅਰਦਾਸ ਕੀਤੀ, ਸੱਚੇ ਪਾਤਸ਼ਾਹ ਜੋ ਤੁਹਾਡਾ ਫੈਸਲਾ ਹੈ ਉਹ ਪਰਚੀ ਪਾਣੀ ਵਿੱਚੋਂ ਤਰ ਕੇ ਉੱਪਰ ਆ ਜਾਏ ਤੇ ਜਿਹੜੀ ਚੀਜ਼ ਗਲਤ ਆ ਉਹ ਤਰ ਕੇ ਨਾ ਆਵੇ। ਜਿਹੜੀ ਪਰਚੀ ਆਏਗੀ ਅਸੀਂ ਉਸ ਨੂੰ ਮੰਨ ਕੇ ਉਹਨੂੰ ਫਾਲੋ ਕਰਾਂਗੇ। ਉੱਥੇ ਇੱਕ ਤੇ ਲਿਖਿਆ ਗਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਦੂਸਰੀ ਪਰਚੀ ਉੱਤੇ ਲਿਖਿਆ ਸੀ ਦਰਸ਼ਨ ਫਤਿਹ। ਸੋ ਇਸ ਰੂਪ ਦੇ ਵਿੱਚ ਇਹ ਅਰਦਾਸ ਕਰਕੇ ਗੁਰੂ ਰਾਮਦਾਸ ਸਾਹਿਬ ਕਲਗੀਧਰ ਪਿਤਾ ਜੀ ਦੇ ਚਰਨਾਂ ਵਿੱਚ ਜਦੋਂ ਇਹ ਪਰਚੀਆਂ ਪਾਈਆਂ ਗਈਆਂ, ਕੁਝ ਸਮਾਂ ਦੋਵੇਂ ਪਰਚੀਆਂ ਪਾਣੀ ਦੀਆਂ ਗਹਿਰਾਈਆਂ ਵਿੱਚ ਡੁੱਬ ਗਈਆਂ ਔਰ ਕੁਝ ਸਮਾਂ ਬਾਅਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਲੀ ਪਰਚੀ ਉੱਪਰ ਆ ਗਈ। ਖਾਲਸੇ ਨੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰੇ ਗਜਾਏ। ਖਾਲਸੇ ਦੇ ਹੱਕ ਵਿੱਚ, ਤਤ ਖਾਲਸੇ ਦੇ ਹੱਕ ਵਿੱਚ ਗੁਰੂ ਸਾਹਿਬ ਫੈਸਲਾ ਹੋਇਆ ਔਰ ਗੁਰੂ ਕੇ ਇਸ ਪਾਵਨ ਸਥਾਨ ਦਰਬਾਰ ਸਾਹਿਬ ਦੇ ਉੱਤੇ ਇਹਨਾਂ ਦੋਨਾਂ ਧੜਿਆਂ ਦੀ ਆਪਸ ਵਿੱਚ ਬੜੀ ਜਿਹੜੀ ਲੜਾਈ ਹੁਣ ਤੱਕ ਦੀਆਂ ਅਹਿਮਤਾਂ ਪਹੁੰਚ ਗਈਆਂ ਸਨ, ਉਹ ਮਹਾਨ ਸਮਾਂ ਟਲ ਗਿਆ। ਇਸ ਤੋਂ ਅੱਗੇ ਆਉਂਦੇ ਹਾਂ ਲਗਭਗ 1733-34 ਦੇ ਵਿੱਚ ਸਿੱਖ ਪੰਥ ਦੀਆਂ 2 ਜਥੇਬੰਦੀਆਂ ਫਿਰ ਹੋਂਦ ਵਿੱਚ ਆਉਂਦੀਆਂ ਨੇ। ਇੱਕ ਨੂੰ ਸੋ ਇਸੇ ਤਰ੍ਹਾਂ ਤਰਨਾ ਦਲ ਕਿਹਾ ਜਾਂਦਾ ਸੀ, ਇੱਕ ਨੂੰ ਬੁੱਢਾ ਦਲ ਕਿਹਾ ਜਾਂਦਾ। ਇਹ ਆਮ ਤੌਰ ਤੇ ਅੱਜ ਪ੍ਰਚਾਰ ਕੀਤਾ ਜਾਂਦਾ ਬਾਬਾ ਫਤਿਹ ਸਿੰਘ ਸਾਹਿਬ ਦਾ ਕਲਗੀਧਰ ਪਿਤਾ ਨਹੀਂ। ਇਤਿਹਾਸ ਦੇ ਪੰਨੇ ਫਰੋਲ ਕੇ ਵੇਖਣ ਦਾ ਯਤਨ ਕਰੋਗੇ ਤੇ ਇਹ ਲਗਭਗ 1733-34 ਵਿੱਚ ਇਹ ਜਥੇਬੰਦੀਆਂ ਹੋਂਦ ਵਿੱਚ ਆਈਆਂ ਨੇ, ਜਦੋਂ ਉਸ ਵੇਲੇ ਕੁਝ ਖਾਲਸਾਈ ਫੌਜਾਂ ਸਨ, ਸਮੇਂ ਦੀਆਂ ਲੋੜਾਂ ਸਨ, ਇਹਨਾਂ ਦਲਾਂ ਨੂੰ ਹੋਰ ਵਧਾਇਆ ਜਾਏ, ਪ੍ਰਫੁੱਲਤ ਕੀਤਾ ਜਾਏ। ਉਹਦੇ ਵਿੱਚ ਜਿਹੜੇ ਬਜ਼ੁਰਗ ਸਨ ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਵੱਖਰਾ ਤੇ ਸੇਫ ਥਾਂ ਵਿੱਚ ਰੱਖਿਆ ਜਾਏ। ਉਹਨਾਂ ਉੱਤੇ ਕੁਝ ਤਰਨਾ ਦਲ ਵਾਲੇ ਪਹਿਰੇਦਾਰ, ਸੇਵਾਦਾਰ ਵੀ ਕੋਲ ਰਹਿਣ, ਕਿਤੇ ਜੰਗ ਯੁੱਧ ਅਚਾਨਕ ਆਣ ਕੇ ਪੈ ਜਾਏ ਤੇ ਉਹਨਾਂ ਨੂੰ ਕੋਈ ਬਿਪਤਾ ਨਾ ਬਣੇ। ਇਸ ਤਰ੍ਹਾਂ ਜਿਹੜਾ ਬਜ਼ੁਰਗ ਤਬਕਾ ਸੀ ਉਹਨਾਂ ਨੂੰ ਇਕੱਠੇ ਕਰਕੇ ਉਹਦਾ ਨਾਮ ਦਿੱਤਾ ਗਿਆ ਬੁੱਢਾ ਦਲ। ਤੇ ਜਿਹੜੇ ਉਸ ਵੇਲੇ ਨੌਜਵਾਨ ਚੜ੍ਹਦੀ ਜਵਾਨੀ ਵਾਲੇ ਸਨ ਉਹ ਸਾਰੇ ਜਥੇ ਬਣਾਏ ਗਏ, ਉਹਨਾਂ ਨੂੰ ਨਾਂ ਦਿੱਤਾ ਗਿਆ ਤਰਨਾ ਦਲ। ਤੇ ਤਰਨਾ ਦਲ ਦੇ ਅੱਗੇ 5 ਹਿੱਸੇ ਕੀਤੇ ਗਏ, ਭਾਵ ਕਿ 5 ਜਥੇ ਬਣੇ, ਜਿਨ੍ਹਾਂ ਵਿੱਚੋਂ ਇੱਕ ਜਥੇ ਦਾ
ਮੁੱਖ ਸੇਵਾਦਾਰ ਜਥੇਦਾਰ ਬਾਬਾ ਦੀਪ ਸਿੰਘ ਸਾਹਿਬ ਨੂੰ ਬਣਾਇਆ ਗਿਆ। ਇਹਨਾਂ ਤੋਂ ਅੱਗੇ ਉਸ ਤਰਨਾ ਦਲ ਦੇ ਅੱਗੇ 5 ਛੋਟੇ ਜਥੇਦਾਰ ਜਿਹੜੇ ਬਣੇ ਸਨ ਬਾਬਾ ਦੀਪ ਸਿੰਘ ਸਾਹਿਬ ਦੇ ਜਥੇ। ਪਹਿਲੋਂ ਤਰਨਾ ਦਲ ਦੇ 5 ਜਥੇ ਬਣੇ, ਉਹਨਾਂ ਵਿੱਚੋਂ ਇੱਕ ਦੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਜਥੇਦਾਰੀ ਸੀ, ਤੇ ਬਾਬਾ ਦੀਪ ਸਿੰਘ ਦੇ ਜਥੇ ਵਾਲੇ ਹਿੱਸੇ ਵਿੱਚ ਵੀ ਅੱਗੇ 5 ਮੀਤ ਜਥੇਦਾਰ ਸਨ, ਜਿਨ੍ਹਾਂ ਵਿੱਚ ਬਾਬਾ ਨੱਥਾ ਸਿੰਘ ਜੀ, ਬਾਬਾ ਨੌਧ ਸਿੰਘ ਜੀ, ਬਾਬਾ ਬੁੱਢਾ ਸਿੰਘ ਜੀ ਆਦਿਕਾਂ ਦਾ ਜ਼ਿਕਰ ਆਉਂਦਾ ਕਿ ਉਹ ਮੀਤ ਸੇਵਾਦਾਰ ਸਨ ਬਾਬਾ ਦੀਪ ਸਿੰਘ ਸਾਹਿਬ ਜੀ ਤੋਂ ਬਾਅਦ। ਸੋ ਇਸ ਰੂਪ ਦੇ ਵਿੱਚ ਇਹ ਸੇਵਾਵਾਂ ਤੁਰੀਆਂ। ਅੱਗੇ ਤੁਰਦਾ ਆਉਂਦਾ ਹੈ ਸਮਾਂ, ਜਦੋਂ ਇਹਨਾਂ ਹੀ ਸਮਿਆਂ ਦੇ ਉੱਤੇ ਜ਼ਕਰੀਆ ਖਾਂ ਵੱਲੋਂ ਭਾਈ ਸਬੇਗ ਸਿੰਘ ਜੀ ਦੇ ਰਾਹੀਂ ਖਾਲਸੇ ਪੰਥ ਵਾਸਤੇ ਨਵਾਬੀ ਦੀ ਦੌਲਤ ਖਿਲਤ ਭੇਜੀ ਗਈ, ਵੀ ਤੁਹਾਨੂੰ ਨਵਾਬੀ ਦਿੰਦੇ ਆ। ਪਹਿਲੋਂ ਖਾਲਸੇ ਨੇ ਮੋਹਰ ਦਿੱਤੀ, ਪਰ ਫਿਰ ਸਿਆਣਪ ਨਾਲ ਜ਼ਿਕਰ ਕੀਤਾ ਗਿਆ ਭਾਈ। ਸੋ ਇਸੇ ਤਰ੍ਹਾਂ ਸਬੇਗ ਸਿੰਘ ਨੇ ਵੀ ਬੇਨਤੀਆਂ ਕੀਤੀਆਂ, ਖਾਲਸਾ ਜੀ ਸਮਾਂ ਬੜਾ ਖਤਰਨਾਕ ਹੈ, ਇਸ ਸਮੇਂ ਦੀ ਨਜਾਕਤ ਨੂੰ ਸਮਝਣਾ ਚਾਹੀਦਾ ਹੈ। ਰਾਜਨੀਤੀ ਦੇ ਪੱਖ ਤੋਂ ਵੀ ਕੁਝ ਗੱਲਾਂ ਲੈਣੀਆਂ ਚਾਹੀਦੀਆਂ ਨੇ। ਜਿੰਨਾ ਕੁ ਹਕੂਮਤ ਵੱਲੋਂ ਸਾਨੂੰ ਬਲ ਦਿੱਤਾ ਜਾਂਦਾ ਹੈ, ਜਿੰਨਾ ਕੁ ਉਹਨਾਂ ਵੱਲੋਂ ਸਾਨੂੰ ਕੁਝ ਤਾਕਤ ਦਿੱਤੀ ਜਾਂਦੀ, ਉਹਨੂੰ ਵਰਤਣਾ ਚਾਹੀਦਾ ਲੈ ਕੇ। ਉਸ ਵੇਲੇ ਜ਼ਿਕਰ ਹੋਇਆ ਵੀ ਠੀਕ ਹੈ ਲੈ ਲੈਣੀ ਚਾਹੀਦੀ ਆ। ਫਿਰ ਝਗੜਾ ਆ ਗਿਆ ਵੀ ਇਹ ਨਵਾਬੀ ਦੀ ਖਿਲਤ ਪਾਈ ਕਿਹਦੇ ਗਲ ਜਾਏ, ਭਾਵ ਕਿ ਨਵਾਬੀ ਦਾ ਚੋਲਾ ਕਿਹਦੇ ਗਲ ਪਾਇਆ ਜਾਏ। ਜਿਹੜੇ ਉਸ ਵੇਲੇ ਦੇ ਜਥੇਦਾਰ ਸਾਰੇ ਨਾ ਕਰਕੇ ਵੀ ਅਸੀਂ ਤੇ ਨਹੀਂ ਲੈਣਾ। ਉਸ ਵੇਲੇ ਫਿਰ ਮੈਂ ਬਹੁਤਾ ਲੰਬਾ ਨਾ ਕਰਾਂ, ਵਿਚਾਰ ਗੋਸ਼ਟੀ ਤੋਂ ਬਾਅਦ ਇਹ ਫੈਸਲਾ ਹੋਇਆ ਕਿ ਉਹ ਸਾਹਮਣੇ ਘੋੜਿਆਂ ਦੇ ਤਬੇਲੇ ਵਿੱਚ ਘੋੜਿਆਂ ਨੂੰ ਖਰਖਰਾ ਕਰ ਰਹੇ, ਜਾਂ ਇਸੇ ਤਰੀਕੇ ਦੇ ਨਾਲ ਘੋੜਿਆਂ ਦੀਆਂ ਲਿੱਦਾਂ ਦੀਆਂ ਟੋਕਰੀਆਂ ਚੁੱਕ ਰਹੇ ਭਾਈ ਕਪੂਰ ਸਿੰਘ, ਖਾਲਸੇ ਨੇ ਹੁਕਮ ਕਰ ਦਿੱਤਾ ਕਿ ਕਪੂਰ ਸਿੰਘ ਤੁਹਾਨੂੰ ਇਹ ਨਵਾਬੀ ਲੈਣੀ ਪੈਣੀ ਹੈ, ਇਹ ਖਾਲਸੇ ਪੰਥ ਦਾ ਹੁਕਮ ਹੈ। ਭਾਈ ਕਪੂਰ ਸਿੰਘ ਨੇ ਹੱਥ ਜੋੜ ਕੇ ਆਣ ਕੇ ਬੇਨਤੀ ਕੀਤੀ ਸੀ, ਨਵਾਬੀ ਲੈ ਲਾਂਗਾ, ਖਾਲਸੇ ਪੰਥ ਦੇ ਹੁਕਮ ਅੱਗੇ ਮੇਰੀ ਕੋਈ ਅਦੂਲੀ ਨਹੀਂ, ਕਿਉਂਕਿ ਪੰਥ ਦੇ ਹੁਕਮ ਦੀ ਅਦੂਲੀ ਕਰਨੀ ਇਹੋ ਹੀ ਤੇ ਮਨਮੁਖਤਾਈ ਵਾਲਾ ਰਾਹ ਹੈ। ਗੁਰੂ ਦੇ ਹੁਕਮ ਤੋਂ ਪਾਸੇ ਜਾਣਾ, ਖਾਲਸੇ ਪੰਥ ਦੇ ਹੁਕਮ ਤੋਂ ਪਾਸੇ ਜਾਣਾ, ਇਹੋ ਹੀ ਤੇ ਮਨਮੁਖ ਦਾ ਰਾਹ ਹੈ। ਨਹੀਂ ਪਾਸੇ ਜਾਵਾਂਗਾ, ਜਿੱਥੇ ਖਾਲਸਾ ਪੰਥ ਹੁਕਮ ਕਰੇਗਾ ਸਿਰ ਵੀ ਹਾਜ਼ਰ ਹੈ। ਪਰ ਮੇਰੀਆਂ 2 ਬੇਨਤੀਆਂ ਨੇ। ਕਪੂਰ ਸਿੰਘ ਸਾਹਿਬ ਜੀ ਨੇ ਬੇਨਤੀ ਕੀਤੀ, ਕਹਿਣ ਲੱਗੇ ਜੀ ਕੀ? ਕਹਿਣ ਲੱਗੇ ਪਹਿਲੀ ਇਹ ਵੀ ਮੇਰੇ ਕੋਲੋਂ ਨਵਾਬੀ ਦਾ ਚੋਲਾ ਪਵਾ ਕੇ ਕਿਤੇ ਆ ਘੋੜਿਆਂ ਦੀ ਲਿੱਦ ਚੁੱਕਣੀ ਤੇ ਘੋੜਿਆਂ ਨੂੰ ਖਰਖਰੇ ਕਰਨ ਵਾਲੀ ਸੇਵਾ ਤੇ ਪੱਖਾ ਚੱਲਣ ਵਾਲੀ ਸੇਵਾ ਨਹੀਂ ਖੋਈ ਜਾਏਗੀ। ਭਾਵ ਕਿ ਨਾ ਕੋਈ ਤਖਤ ਉੱਤੇ ਬਹਿ ਜਾ ਕੇ ਤੂੰ ਨਵਾਬ ਹੈ ਤੇ ਮੈਂ ਸੇਵਾ ਨਹੀਂ ਕਰ ਸਕਦਾ, ਇਹ ਸੇਵਾ ਮੇਰੇ ਕੋਲ ਨਹੀਂ ਖੁੱਸਣੀ ਚਾਹੀਦੀ। ਆਂਦੇ ਠੀਕ ਹੈ। ਦੂਸਰੀ ਕੀ ਸ਼ਰਤ ਹੈ? ਦੂਸਰੀ ਸ਼ਰਤ ਹੈ ਵੀ ਜਿਹੜੇ ਪੰਚਾਇਤੀ ਰਾਜ ਨੂੰ, 5 ਪਿਆਰਿਆਂ ਦੇ ਰਾਜ ਨੂੰ ਮੇਰੇ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮਾਣ ਦਿੱਤਾ ਹੈ, ਇਹ ਨਵਾਬੀ ਦਾ ਆਇਆ ਖਿਲਤ, ਨਵਾਬੀ ਦੀ ਆਈ ਖਿਲਤ, ਨਵਾਬੀ ਦਾ ਆਇਆ ਪੈਕੇਜ ਪਹਿਲੋਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ, ਗੁਰੂ ਕੇ ਖਾਲਸੇ 5 ਪਿਆਰਿਆਂ ਦੇ ਚਰਨਾਂ ਦੀ ਸ਼ੋਅ ਪ੍ਰਾਪਤ ਹੋਵੇ, ਫਿਰ ਮੈਂ ਆਪਣੇ ਗੱਲ ਪਾਵਾਂਗਾ। ਤੇ ਉਸ ਵੇਲੇ ਜਿਹੜੇ 5 ਪਿਆਰੇ ਸਜੇ, ਉਹਨਾਂ ਵਿੱਚ ਬਾਬਾ ਦੀਪ ਸਿੰਘ ਸਾਹਿਬ ਜੀ, ਭਾਈ ਕਰਤਾਰ ਸਿੰਘ ਜੀ ਕਰਤਾਰਪੁਰ ਵਾਲੇ, ਇਸੇ ਤਰ੍ਹਾਂ ਇੱਕ ਹੋਰ ਗੁਰਸਿੱਖ ਦਾ ਨਾਮ ਆਉਂਦਾ, ਉਹਦਾ ਮੈਨੂੰ ਵਿਸਰ ਗਿਆ। ਚੌਥੇ ਸਨ ਭਾਈ ਬੁੱਧ ਸਿੰਘ ਜੀ ਸੁਖਰ ਚੱਕੀਏ, ਬਾਬਾ ਸੋ ਮਹਾਰਾਜਾ ਰਣਜੀਤ ਸਿੰਘ ਦਾ ਪਰਦਾਦਾ, ਤੇ 5ਵੇਂ ਸਨ ਜੱਸਾ ਸਿੰਘ ਰਾਮਗੜੀਏ। ਇਹ 5 ਪਿਆਰਿਆਂ ਦੇ ਚਰਨਾਂ ਨੂੰ ਉਹ ਨਵਾਬੀ ਦਾ ਖਿਲਤ ਪਹਿਲੋਂ ਛੁਹਾਇਆ ਗਿਆ। ਫਿਰ ਭਾਈ ਕਪੂਰ ਸਿੰਘ ਨੇ ਆਪਣੇ ਗਲ ਪਵਾ ਕੇ ਉਸ ਵੇਲੇ ਫਿਰ ਨਵਾਬ ਕਪੂਰ ਸਿੰਘ ਦਾ ਮਾਣ ਉਸ ਗੁਰਸਿੱਖ ਨੂੰ ਮਿਲਿਆ। ਇਹ ਸਾਰੀਆਂ ਸੇਵਾਵਾਂ ਅੱਗੇ ਚਲਦੀਆਂ ਗਈਆਂ। ਇਸ ਵੇਲੇ ਖਾਲਸਾ ਦਲ ਦੇ ਰੂਪ ਵਿੱਚ ਸਾਰੀਆਂ ਸਿੱਖ ਫੌਜਾਂ ਸਨ। ਜਦੋਂ ਦੁਸ਼ਮਣ ਦੇ ਬਹੁਤੇ ਰੂਪ ਦੇ ਵਿੱਚ ਜ਼ਿਆਦੀਆਂ ਚਾਲਾਂ ਚੱਲੀਆਂ, ਉਸ ਵੇਲੇ ਫਿਰ ਇਸ ਖਾਲਸਾ ਦਲ ਨੂੰ ਅੱਗੇ 12 ਮਿਸਲਾਂ ਵਿੱਚ ਵੱਖਰੇ ਵੱਖਰੇ ਰੂਪ ਦੇ ਵਿੱਚ ਵੰਡਿਆ ਗਿਆ। ਜਦੋਂ 12 ਮਿਸਲਾਂ ਬਣੀਆਂ, ਉਹਨਾਂ ਵਿੱਚੋਂ ਵੀ ਇੱਕ ਮਿਸਲ ਸ਼ਹੀਦਾਂ, ਜਿਹੜੀ ਸ਼ਹੀਦਾਂ ਮਿਸਲ ਸੀ, ਉਸ ਮਿਸਲ ਦੇ ਮੁਖੀ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਨਿਯੁਕਤ ਕੀਤਾ ਗਿਆ। ਉਸੇ ਹੀ ਮਿਸਲ ਤੋਂ, ਉਸੇ ਹੀ ਤਰਨਾ ਦਲ ਦੇ ਮੀਤ ਜਥੇਦਾਰ ਬਾਬਾ ਬੁੱਢਾ ਸਾਹਿਬ, ਬਾਬਾ ਬੁੱਢਾ ਸਿੰਘ ਜੀ, ਜਿਹੜੇ ਸਮੇਂ ਅਨੁਸਾਰ ਅੱਗੇ ਮੱਸੇ ਰੰਗੜ ਦਾ ਸਮਾਂ ਆਉਣਾ ਹੈ, ਤੇ ਇਹ ਬਾਬਾ ਬੁੱਢਾ ਸਾਹਿਬ ਦਾ ਆਪਣਾ ਜਥਾ ਉਹ ਰਾਜਸਥਾਨ ਦੇ ਬੁੱਢੇ ਜੌੜ ਦੇ ਜੰਗਲਾਂ ਵਿੱਚ ਬੈਠਾ ਹੋਇਆ ਹੈ। ਤੇ ਕਿਸੇ ਸਿੱਖ ਨੇ ਜਾ ਕੇ ਬੇਨਤੀ ਕਰਨੀ ਹੈ ਮੱਸੇ ਰੰਗੜ ਦੀ ਕੀਤੀ ਬੇਅਦਬੀ ਦੀ, ਉਥੋਂ ਭਾਈ ਮਹਿਤਾਬ ਸਿੰਘ ਤੇ ਭਾਈ ਸੁੱਖਾ ਸਿੰਘ ਨੇ ਆਣ ਕੇ ਮੱਸੇ ਰੰਗੜ ਦਾ ਸਿਰ ਲਾ ਕੇ ਲੈ ਕੇ ਜਾਣਾ ਤੇ ਇਸ ਬੁੱਢਾ ਜੌੜ ਦੇ ਜੰਗਲਾਂ ਵਿੱਚ ਖਿੱਦੋ ਖਿੰਡੀ ਖੇਡਣਾ। ਇਹ ਬਾਬਾ ਦੀਪ ਸਿੰਘ ਦੇ ਜਥੇ ਦੇ ਮੀਤ ਜਥੇਦਾਰ ਬਾਬਾ ਬੁੱਢਾ ਸਿੰਘ ਦੇ ਦਲ ਵਿੱਚੋਂ ਆਏ ਸਿੰਘ ਸਨ। ਸੋ ਇਸ ਰੂਪ ਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਜੀ ਦੀਆਂ ਪੰਥਕ ਸੇਵਾਵਾਂ ਵਿੱਚ ਬੜਾ ਲੰਬਾ ਚੌੜਾ ਆਪਣੀ ਜ਼ਿੰਦਗੀ ਦਾ ਬਹੁਤਾ ਹਿੱਸਾ
मैं पहलों जिक्र करके आया हाँ, उन्हों का जन्म 1682 ਨੂੰ होया है। ਤੇ ਅੱਗੇ ਜਾ ਕਰਕੇ ਜਹਾਨ ਖਾਨ ਦੀ ਫੌਜ ਜਿਸ ਵੇਲੇ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਵਾਸਤੇ ਆਉਂਦੀ ਏ, ਉਹ ਸਮਾਂ ਸ਼ਹੀਦੀ ਦਾ ਆਉਣਾ ਬਾਬਾ ਦੀਪ ਸਿੰਘ ਸਾਹਿਬ ਜੀ ਦੇ, ਤੇ ਉਹ ਹੈ 1757। ਤੇ ਲਗਭਗ ਉਸ ਵੇਲੇ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਆਰਜੂ 75 ਸਾਲਾਂ ਤੋਂ ਲੰਘ ਚੁੱਕੀ ਹੈ। 75 ਸਾਲ ਦਾ ਬੁੱਢਾ ਜਰਨੈਲ ਕਿਸੇ ਨੇ ਜਾ ਕਰਕੇ ਉਸ ਦਮਦਮਾ ਸਾਹਿਬ ਦੇ ਭੋਰੇ ਵਿੱਚ, ਜਿੱਥੇ ਕਲਗੀਧਰ ਪਿਤਾ ਜੀ ਤੋਂ ਬਾਅਦ ਬਾਬਾ ਬੰਦਾ ਸਿੰਘ ਸਾਹਿਬ ਦੀਆਂ ਫੌਜਾਂ ਨਾਲ ਤਨਦੇਹੀ ਨਾਲ ਸੇਵਾਵਾਂ ਨਿਭਾਈਆਂ, ਜਿਸ ਵੇਲੇ ਤਤ ਖਾਲਸਾ ਬੰਦਈ ਖਾਲਸੇ ਦਾ ਫੈਸਲਾ ਤਤ ਖਾਲਸੇ ਦੇ ਹੱਕ ਵਿੱਚ ਆਇਆ, ਤੇ ਜਾ ਕੇ ਦਮਦਮਾ ਸਾਹਿਬ ਦੇ ਫਿਰ ਭੋਰੇ 'ਚ ਬੈਠੇ, ਉੱਥੇ ਇਲਾਕੇ ਵਿੱਚ ਬੜਾ ਪ੍ਰਚਾਰ ਕੀਤਾ ਬਾਬਾ ਦੀਪ ਸਿੰਘ ਸਾਹਿਬ ਦੇ ਜਥੇ ਨੇ। ਉੱਥੇ ਜਾ ਕਰਕੇ ਕਈ ਖੂਹ ਲਵਾਏ, ਕਈ ਗੁਰੂ ਘਰ ਦੀਆਂ ਸੇਵਾਵਾਂ ਕਰਾਈਆਂ, ਕਈ ਸਰੋਵਰ ਬਣਾਏ, ਕਈ ਗੁਟਕੇ ਸਾਹਿਬ, ਪੋਥੀਆਂ ਸਾਹਿਬ, ਜਿੱਥੇ ਜਿੱਥੇ ਲੋੜ ਸੀ ਬਾਬਾ ਦੀਪ ਸਿੰਘ ਨੇ ਆਪਣੇ ਹੱਥੀਂ ਲਿਖ ਕੇ ਸੰਗਤਾਂ ਨੂੰ ਭੇਜੀਆਂ। ਤੇ ਜਿਹੜਾ ਸਰੂਪ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਲਿਖਾ ਕੇ ਗਏ ਸੀ, ਉਹਦੇ 4 ਪੰਜਾਬੀ ਦੇ ਉਤਾਰੇ, ਭਾਵ ਕਿ ਇਸੇ ਗੁਰਮੁਖੀ ਬੋਲੀ ਵਿੱਚ 4 ਉਤਾਰੇ ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨ ਬਾਬਾ ਦੀਪ ਸਿੰਘ ਸਾਹਿਬ ਨੇ ਲਿਖੇ, ਤੇ ਇੱਕ ਸਰੂਪ ਬਾਬਾ ਦੀਪ ਸਿੰਘ ਸਾਹਿਬ ਨੇ ਫਾਰਸੀ ਭਾਸ਼ਾ ਵਿੱਚ ਲਿਖਿਆ। ਇਥੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਬਾਬਾ ਦੀਪ ਸਿੰਘ ਸਾਹਿਬ ਕਿਤੇ ਜੱਟ ਵੈੜ ਅਨਪੜ੍ਹ ਨਹੀਂ ਸਨ, ਉਹ ਦੁਨੀਆ ਦੀਆਂ तमाम ਵਿਦਵਾਵਾਂ ਦੇ ਵਿਦਵਾਨ ਸਨ। ਜਿੱਥੇ ਪੰਜਾਬੀ ਗੁਰਮੁਖੀ ਬੋਲੀ ਵਿੱਚ ਉਹਨਾਂ ਨੇ ਸਰੂਪ ਲਿਖੇ 4, ਜਿਹੜੇ ਅੱਜ ਚਾਰੇ ਤਖਤਾਂ ਦੇ ਉੱਤੇ ਸੁਸ਼ੋਭਿਤ ਨੇ ਦਮਦਮਾ ਸਾਹਿਬ ਤੋਂ ਬਿਨਾਂ, ਭਾਵ ਕਿ ਅਕਾਲ ਤਖਤ ਸਾਹਿਬ, ਪਟਨਾ ਸਾਹਿਬ, ਹਜੂਰ ਸਾਹਿਬ ਤੇ ਇਸੇ ਤਰ੍ਹਾਂ ਕੇਸਗੜ੍ਹ ਸਾਹਿਬ, ਇਹਨਾਂ 4 ਤਖਤਾਂ ਦੇ ਉਹ ਸਾਰੇ ਸਰੂਪ ਬਾਬਾ ਦੀਪ ਸਾਹਿਬ ਜੀ ਹੱਥ ਲਿਖੇ ਸੁਸ਼ੋਭਿਤ ਨੇ। ਜਿਹੜਾ ਸਵਰਬੀ ਭਾਸ਼ਾ ਵਿੱਚ ਲਿਖਿਆ ਗਿਆ ਸੀ, ਉਹ ਅਰਬ ਦੇਸ਼ਾਂ ਵਾਲੇ ਇਲਾਕੇ ਵਿੱਚ ਭੇਜ ਦਿੱਤਾ ਗਿਆ। ਜਿੱਥੋਂ ਤੱਕ ਲਿਖਤੀ ਖੋਜ ਮਿਲੀ ਹੈ, ਉੱਥੋਂ ਤੱਕ ਅਰਬ ਦੇਸ਼ ਦੇ ਲੋਕ ਜਿੱਥੇ ਜਿੱਥੇ ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਾਬਾ ਦੀਪ ਸਿੰਘ ਸਾਹਿਬ ਦਾ ਲਿਖਿਆ ਮਿਲਦਾ ਹੈ, ਉੱਥੋਂ ਦੇ ਲੋਕ ਬੜੇ ਭਾਵਨਾ ਰੱਖਦੇ ਨੇ ਉਸ ਸਰੂਪ ਦੇ ਉੱਤੇ, ਪੂਜਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ। ਸੋ ਇਸ ਰੂਪ ਦੇ ਵਿੱਚ ਸਮਾਂ ਗੁਜ਼ਰਦਾ ਗਿਆ। ਜਦੋਂ 1757 ਦਾ ਸਮਾਂ ਆਇਆ, ਕਿਸੇ ਨੇ ਆਣ ਕੇ ਖਬਰ ਦਿੱਤੀ ਦਰਬਾਰ ਸਾਹਿਬ ਦੀ ਬੇਅਦਬੀ ਹੋ ਰਹੀ ਹੈ, ਤੇ ਉਹ ਬੁੱਢਾ ਜਰਨੈਲ ਜਿਹੜਾ ਭਗਤੀ ਦੇ ਆਨੰਦ ਵਿੱਚ ਜੁੜਿਆ ਹੋਇਆ ਸੀ, ਜਿਹੜਾ ਬਾਣੀ ਦੀਆਂ ਲਿਖਤਾਂ ਸੋਹੇ ਸੇ ਹੱਥਾ ਹਰ ਜਸ ਲਿਖੇ ਬੇਅੰਤ ਸੋਹੇ ਸੇ ਹੱਥਾ, ਬਿਆਣੀ ਦੀਆਂ ਉਹਨਾਂ ਬੇਅੰਤ ਲਿਖਤੀ ਰੂਪ ਦੇ ਵਿੱਚ ਸੇਵਾਵਾਂ ਕਰਕੇ ਆਪਣੇ ਹੱਥਾਂ ਨੂੰ ਵੀ ਸੁਭਾਇਮਾਨ ਕਰ ਗਏ, ਜਿਹੜੇ ਬਾਣੀ ਪੜ੍ਹ ਕੇ ਆਪਣੀ ਰਸਨਾ ਨੂੰ ਸੁਭਾਇਮਾਨ ਕਰ ਗਏ, ਜਿਹੜੇ ਤਨ ਦੇਹੀ ਨਾਲ ਪ੍ਰਮਾਤਮਾ ਦੀ ਭਾਵ ਭਗਤੀ ਜੁੜ ਕੇ ਆਪਣੇ ਤਨ ਮਨ ਨੂੰ ਇੱਕ ਪਰਮੇਸ਼ਰ ਵਾਹਿਗੁਰੂ ਨਾਲ ਜੋੜ ਗਏ, ਉਹਨਾਂ ਨੂੰ ਜਦੋਂ ਸੁਨੇਹਾ ਮਿਲਦਾ ਹੈ, ਅੱਖਾਂ ਵਿੱਚ ਖੂਨ ਦੇ ਡੌਲੇ ਆ ਗਏ। ਬੁੱਢਾ ਜਰਨੈਲ ਪੰਥ ਦਾ ਬੀਰਸ ਵਿੱਚ ਆਇਆ, 18 ਸ਼ੇਰ ਦਾ ਖੰਡਾ ਧੂ ਕੇ ਆਵਾਜ਼ ਮਾਰੀ ਸੀ, ਜੇ ਕਿਸੇ ਨੂੰ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਨਾਲ ਪਿਆਰ ਆ ਤੇ ਆ ਜਾਓ, ਮੈਂ ਚੱਲਿਆ ਦਰਬਾਰ ਸਾਹਿਬ ਜੀ ਨੂੰ ਆਜ਼ਾਦ ਕਰਾਉਣ ਵਾਸਤੇ। ਜ਼ਿਕਰ ਆਉਂਦਾ ਅਖੰਡ ਪਾਠ ਸਾਹਿਬ ਹੋਇਆ, ਅਖੰਡ ਪਾਠ ਸਾਹਿਬ ਜੀ ਦੀ ਸਮਾਪਤੀ ਸੰਪੂਰਨ ਅਰਦਾਸ ਹੋਈ ਹੈ। ਕੇਸਰੀ ਬਾਣਾ ਪਹਿਨ ਕੇ ਬਾਬਾ ਦੀਪ ਸਿੰਘ ਸਾਹਿਬ ਜੀ ਉੱਥੋਂ ਚਾਲੇ ਪਾਏ ਨੇ। ਲਗਭਗ 500 ਸਿੰਘਾਂ ਦਾ ਜਥਾ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਲ ਚੱਲਿਆ, ਤੇ ਤਰਨਤਾਰਨ ਸਾਹਿਬ ਹਰੀਕੇ ਪੱਤਣ ਨੂੰ ਪਾਰ ਕਰਨ ਵੇਲੇ ਤੱਕ ਲਗਭਗ ਹੋਰ ਬਾਕੀ ਸੰਗਤਾਂ ਗੁਰੂ ਖਾਲਸਾ ਫੌਜਾਂ ਨੂੰ, ਜਿੱਥੇ ਜਿੱਥੇ ਉਸ ਵੇਲੇ ਦੇ ਵੱਖਰੇ ਵੱਖਰੇ ਦਲ ਬੈਠੇ ਹੋਏ ਸਨ, ਜਿਨ੍ਹਾਂ ਨੂੰ ਪਤਾ ਲੱਗਾ, ਉਹ ਸਾਰੇ ਦੇ ਸਾਰੇ ਨਾਲ ਆਣ ਕੇ ਮਿਲ ਗਏ, ਤੇ ਹਰੀਕਾ ਪੱਤਣ ਲੰਘਣ ਤੱਕ ਲਗਭਗ 500 ਵਾਲੀ ਫੌਜ 5000 ਤੱਕ ਗਿਣਤੀ ਪਹੁੰਚ ਗਈ। ਸੋ ਤਰਨਤਾਰਨ ਸਾਹਿਬ ਦੇ ਪਾਵਨ ਸਥਾਨ ਤੇ ਆ ਕਰਕੇ ਇਸ਼ਨਾਨ ਕੀਤਾ, ਅਰਦਾਸ ਕੀਤੀ ਹੈ, ਤੇ ਇੱਕ ਅਨੋਖੀ ਅਰਦਾਸ ਹੈ ਬਾਬਾ ਦੀਪ ਸਿੰਘ ਸਾਹਿਬ ਜੀ ਦੀ, ਮੈਂ ਚੱਲਿਆ ਹਾਂ ਦਰਬਾਰ ਸਾਹਿਬ ਜੀ ਨੂੰ ਆਜ਼ਾਦ ਕਰਾਉਣ ਵਾਸਤੇ ਦੁਸ਼ਮਣਾਂ ਦੇ ਪੰਜੇ ਵਿੱਚੋਂ। ਜਦੋਂ ਤੱਕ ਦੁਸ਼ਮਣਾਂ ਨੂੰ ਉੱਥੋਂ ਭਜਾ ਕੇ ਗੁਰੂ ਕਾ ਸਥਾਨ ਆਜ਼ਾਦ ਨਹੀਂ ਕਰਵਾ ਲੈਂਦਾ, ਉਦੋਂ ਤੱਕ ਸ਼ਹੀਦੀ ਨਹੀਂ ਪਾਵਾਂਗਾ। ਹੁਣ ਹੀ ਨੇ ਰਾਹ ਰੋਕਿਆ, ਬੜਾ ਲੰਬਾ ਚੌੜਾ ਇਤਿਹਾਸ ਹੈ। ਆਪਾਂ ਸ਼ਹੀਦੀ ਦਿਹਾੜੇ ਵਾਲੇ ਦਿਨ ਬਹੁਤਾਤ ਵਿੱਚ ਇਹ ਚੀਜ਼ਾਂ ਵੇਖਣ ਦਾ ਯਤਨ ਕਰਾਂਗੇ, ਵਿਚਾਰਨ ਦਾ ਯਤਨ ਕਰਾਂਗੇ। ਸੋ ਉਸ ਵੇਲੇ ਹੋਣੀ ਨੇ ਆਣ ਕੇ ਰਾਹ ਰੋਕਿਆ। ਮੈਂ ਅੱਜ ਤੱਕ ਕਿਸੇ ਬੰਦੇ ਨੂੰ ਇਦਾਂ ਦਾ ਪ੍ਰਣ ਕਰਕੇ ਤੁਰਨ ਨਹੀਂ ਦਿੱਤਾ। ਇਹੋ ਜਿਹੇ ਪ੍ਰਣ ਤਾਂ ਪੁਰਾਣਿਆਂ ਯੁੱਗਾਂ ਵਿੱਚ ਆਉਂਦੇ ਨੇ ਵੀ ਮੈਂ ਫਲਾਣੀ ਮੁਹਿੰਮ ਤੇ ਚੱਲਿਆ, ਜੇ ਜਿੱਤ ਗਿਆ ਤੇ ਵਾਪਸ ਆਵਾਂਗਾ, ਨਹੀਂ ਤੇ ਸ਼ਹੀਦ ਹੋ ਜਾਵਾਂਗਾ। ਤੂੰ ਇਹ ਅਨੋਖਾ ਪ੍ਰਣ ਕਰ ਰਿਹਾ ਵੀ ਜਿੰਨੀ ਦੇਰ ਤੱਕ ਇਹ ਮੁਹਿੰਮ ਜਿੱਤ ਨਹੀਂ ਲੈਂਦਾ, ਸ਼ਹੀਦੀ ਨਹੀਂ ਪਾਉਣੀ। ਮੈਂ ਨਹੀਂ ਲੰਘਣ ਦਿੱਤੇ ਕਦੇ। ਉਸ ਵੇਲੇ ਜ਼ਿਕਰ ਆਉਂਦਾ ਹੈ ਵੀ ਹੋਣੀ ਨੂੰ ਵੀ ਬਾਬਾ ਦੀਪ ਸਿੰਘ ਸਾਹਿਬ ਨੇ ਕਿਹਾ, ਤੇਰਾ ਵਾਹ ਕਿਤੇ ਗੁਰੂ ਕੇ ਖਾਲਸੇ ਨਾਲ ਪਿਆ ਹੀ ਨਹੀਂ। ਆ ਵੇਖ, ਤੇਰੇ ਵਰਗੇ ਹੋਣੀ ਦੇ ਕਈ ਤਰ੍ਹਾਂ ਦੇ ਜੰਮ ਮੈਂ ਸੂਈਆਂ ਦੇ ਨੱਕਿਆਂ ਵਿੱਚੋਂ ਨਾ ਨਿਗਾਹ ਦਿੱਤੇ, ਤੇ ਮੈਂ ਕਲਗੀਧਰ ਪਿਤਾ ਦਾ ਸਿੱਖ ਨਹੀਂ। ਜ਼ਮੀਨ ਅਸਮਾਨ ਬਦਲ ਸਕਦਾ ਹੈ, ਅੱਗ ਤੇ ਸੂਰਜ ਆਪਣਾ ਸੁਭਾਅ ਬਦਲ ਸਕਦੇ ਨੇ,
लेकिन गुरु के खालसे का होया बचन, गुरु के खालसे की हुई जबान ये नहीं बदली जा सकती। जा करके गोरवाल ते ਚੱਬੇ ਦੇ मैदान में जंग शुरू होंदा है। बाबा दीप सिंह साहब जी ने लंबा जंग किया। मैं संखेप जिहा बेनती करके जाना है। सो इस तरह यकूब खान नामी एक जरनैल है, ਉਹਦੇ ਨਾਲ सतगुरु साहब जी इस लाडले सपूत का जंग होया है। घोड़ियां की नेजाबाजी, तलवारां की जौर, फिर हथों हथी गुत्थम गुत्था हो करके जंग होया। आखिर बाबा जी के हथ में फड़ी हुई गुरज उस यकूब खान के मत्थे ते सिर ते वजे ते बेहोश होकर धरती ते डिग पिया। ये यकूब खान नूं डिगदे होए नूं वेख के उस वेले दा जरनैल जहान खां अपनी तलवार लैके अगे वधिया। बाबा दीप सिंह साहब नाल जंग होया। जंग दे विच गतकेबाजी दे सांझे वार तो जहान खां दा सिर भी लथ गया है। बाबा दीप सिंह साहब दे वार होण ते उन्हां दा सीस भी लथ के धरती ते डिग पिया। हुणी ने आके राह रोकिया, कहण लगे खिड़खड़ा के हसी। उथे आम तौर ते कविशरां ने, ढाडियां ने ऐसे रूप दे विच पेश कीता है, पर संत बाबा जरनैल सिंह जी खालसा पिंडरां वाले महापुरुषों ने जो कथा की है, वो कहने लगे जो सीस लथ गया तो जेड़े बाबा जी के जथे के मीत जथेदार भाई नत्था सिंह, उस वेले उन्होंने जिक्र आता है, वो भाई नत्था सिंह ने लागे खलो के कहा बाबा जी तुसीं अरदास की सी दरबार साहब नूं आजाद करवाउण तो पहलों शहीदी नहीं पाउणी। ये बचन अजे बड़ी दूर है, लगभग 3 कोह फासला दरबार साहब का अजे रहिंदा है। तो उस वेले शरीर फरकाया है, शरीर कुछ फर्क करके उठ बैठा, नाल अपने खब्बे हथ की तली ते कटिया हुआ सीस रख के बाबा दीप सिंह साहब जी वही 18 शेर का खंडा अपने हाथ में सज्जे हाथ में फड़ के जुल्म करने वाले उन्होंने जालमां दे आहू लाउंदे हुए दरबार साहब वाल नूं चले ने। इत्थे जिक्र आउंदा है भाई महत सिंह, भाई नौद सिंह आदि कसूर में ਜਿਹੜੇ सिर कट्टे हुए शहीद होए जंग मैदान में पे सन। जो बाबा दीप सिंह जी अपना सीस हाथी तली ते लैके तुरे ते भाई महत सिंह वर्गे, भाई नौद सिंह वर्गे जिन्हां दा शहीदी बुंगा तरन तारण साहब ते अमृतसर साहब की सड़क के उत्ते है, जिथे सारियां बसां कारां सैकल तक व्हीकल भी जो उत्थों लंघदा उत्थे ब्रेक मार के मत्था टेक के लंघदा। बाबा नौद सिंह भी सिर तो बिना लड़े ने, भाई महत सिंह भी सिर तो बिना लड़े ने। बड़े हो गुरसिखां दी मानो सारी दी सारी फौज ही उठ के तुर पई है। ते जिक्र आउंदा बाबा दीप सिंह साहब दी हथ दी तली ते रखिया होया सीस, जदों कि वह धड़ दे नाल लगा होया सी, उस वेले भी जंग करदे फड़ लो मार लो, ये जुल्म करने वाला जालम जावे ना। गुरु घर दीयां बेदबियां करने वाले नूं आपां पता दसना है कि खालसा हुंदे की ने। ये अपने धड़ ते सिर दे लगे हुए दे बोल भी उही सन, पर जिस वेले धड़ वखरा होके सिर वखरा होके तत दी तली ते है, बाबा दीप सिंह साहब दा सीस उन्हां दी खब्बी तली ते पिया होया भी कहंदे इस तरह ही बोल बोलदा जांदा। सगों हुण कट्टे हुए सीस तो बाद जो बोल बोले ने ते ओ आवाज भी कहंदे ऐसी आकाश गर्जमी बनदी है कि जेड़ा भी सुनदा है भयभीत होके अपने हौसले छड्ड बैठदा है। ऐसे रूप दे विच खून लहू डोलवी लड़ाई हुई है। दुश्मन दीयां हजारां फौजां इस मैदान में मारियां गईयां। जहान खां मारिया गया, यकूब खां मारिया गया, इस तरह जबरदस्त खां मारिया गया, वड्डे वड्डे इन्हां दे जरनैल जंग दे विच मारे गए। बाकी दी आम फौजां फिर जो बाबा दीप सिंह वर्गे सूरमे अपने लथे हुए सिरां धड़ां तो जिहड़े धड़ सिरां तो बिना ही लड़दे वेखे तां उस वेले डरदे हुए मैदान छड्ड के भज गए। जिस वेले सफर पूरा करदियां करदियां दरबार साहब दीयां प्रकरमां च बैठे पहुंचे, उथे खालसे ने बोले सोने हाल सत श्री अकाल दे जकारे गजाए। उथे फिर उसे ही भाई नत्था सिंह ने बाबा दीप सिंह साहब नूं कहा बाबा जी गुरु रामदास साहब दे सरोवर दीयां प्रकरमां च पहुंच गए हैं। उथे फिर प्रकरमां च अज भी बुंगा बनया है, जिहदी महान सेवा दोबारा हो रही है। और सतगुरु ने कृपा करके बाबा दीप सिंह साहब की जथेबंदी दमदमी टकसाल नूं सेवा बख्शी है। वो महान स्थान है जिथे बाबा दीप सिंह ने शीश रख के गुरु रामदास साहब के चरना च अरदास की, दाता सोढी सुल्तान सच्चे पातशाह तेरे दरबार में आने वाले लखां लखां करोड़ां करोड़ां वाले अमीरां तो अमीर आउणगे, मेरे गरीब कोले तेरे दर दी भेटा वास्ते कुछ नहीं सी, इस करके मैं अपना सिर तुहाडे चरनां दी भेटा रख रहा हाँ, कृपा करके मेरे इस गरीब की शीश की भेटा प्रवान करनी। और गुरु रामदास साहब सच्चे पातशाह ने वह सेवा प्रवान की कि अपनिया प्रकरमा विच बाबा दीप सिंह साहब जी नूं सदा लई थां दिता। इथों फिर बाबा दीप सिंह साहब का सीस ते शरीर लिजा के
ਜਿੱਥੇ ਅੱਜ ਸ਼ਹੀਦਗੰਜ ਗੁਰਦੁਆਰਾ, ਜਿਹਨੂੰ ਆਪਾਂ ਬਾਬੇ ਸ਼ਹੀਦਾਂ ਕਹਿ ਦਿੰਦੇ ਹਾਂ, ਉਸ ਸਥਾਨ ਤੇ ਬਾਬਾ ਜੀ ਦੇ ਸਰੀਰ ਦਾ ਸੰਸਕਾਰ ਹੋਇਆ। ਬੜੀ ਮੰਨਤਾ ਹੈ ਉਸ ਸਥਾਨ ਦੀ। ਅੱਜ ਵੀ ਉੱਥੇ ਗੁਰਸਿੱਖ ਬਾਣੀ ਪੜ੍ਹ ਕੇ ਗੁਰੂ ਕੀਆਂ ਬਾਬਾ ਜੀ ਦੀਆਂ ਅਸੀਸਾਂ ਪ੍ਰਾਪਤ ਕਰਦੇ ਨੇ। ਇਸ ਪ੍ਰਕਾਰ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਉਹ ਮਹਾਨ ਜੀਵਨ ਹੈ, ਜਿਨ੍ਹਾਂ ਨੇ ਬਾਣੀ ਤੇ, ਗੁਰੂ ਦੀ ਮੱਤ ਤੇ, ਗੁਰੂ ਦੀ ਸਿੱਖਿਆ ਤੇ, ਗੁਰੂ ਦੀ ਰਹਿਣੀ ਬਹਿਣੀ ਤੇ ਭਰੋਸਾ ਕਰਕੇ ਚੱਲਣਾ ਕੀਤਾ ਤੇ ਇੱਥੋਂ ਤੱਕ ਦੀਆਂ ਬਰਕਤਾਂ ਪ੍ਰਾਪਤ ਕੀਤੀਆਂ ਕਿ ਸਿਰ ਲੱਥੇ ਤੋਂ ਵੀ ਜੰਗ ਕਰਦੇ ਨੇ। ਗੁਰੂ ਕੇ ਖਾਲਸਾ ਜੀ ਉਹਨਾਂ ਸਿੱਖ ਮਰਜੀਵੜਿਆਂ ਦਾ ਇਹ ਮਹਾਨ ਰਚਿਆ ਹੋਇਆ ਇਤਿਹਾਸ, ਕੀਤਾ ਹੋਇਆ ਪਰਉਪਕਾਰ ਸਾਡੇ ਵਾਸਤੇ ਕਿਤੇ ਨਾ ਕਿਤੇ, ਜੇ ਕਿਤੇ ਕਿਣਕਾ ਮਾਤਰ ਵੀ ਉਹਨਾਂ ਦੀਆਂ ਸਿੱਖਿਆਵਾਂ ਵਿੱਚੋਂ ਅਸੀਂ ਮੰਨ ਕੇ ਚੱਲੀਏ ਤੇ ਸਾਡੇ ਜੀਵਨ ਦੀਆਂ ਬਰਕਤਾਂ ਦਾ ਭੰਡਾਰਾ ਬਣ ਸਕਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਰਹਿਮਤਾਂ ਦੇ ਪਾਤਰ ਅਸੀਂ ਬਣ ਸਕਦੇ ਹਾਂ। ਸੋ ਸਤਿਗੁਰੂ ਸਾਹਿਬ ਜੀ ਦੇ ਇਸ ਪਾਵਨ ਚਰਨਾਂ ਵਿੱਚ ਪਰਸੋਂ ਦੇ ਰੋਜ਼ ਤੋਂ ਲੈ ਕਰਕੇ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਉਂਦਿਆਂ ਹੋਇਆਂ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਬੜੀਆਂ ਸੇਵਾਵਾਂ ਕੀਤੀਆਂ। ਮਹਾਰਾਜ ਸਭ ਦੀਆਂ ਸੇਵਾਵਾਂ ਪ੍ਰਵਾਨ ਕਰਨ। ਬਾਬਾ ਦੀਪ ਸਿੰਘ ਪੰਥ ਦੇ ਸ਼ਹੀਦ ਸਾਰੀਆਂ ਸੰਗਤਾਂ ਵੱਲੋਂ ਜੋ ਜੋ ਭਾਵਨਾ ਲੈ ਕੇ, ਮਨ ਦੀਆਂ ਇਛਾਵਾਂ ਲੈ ਕੇ ਸੇਵਾਵਾਂ ਕੀਤੀਆਂ। ਮੇਰੇ ਸਤਿਗੁਰੂ ਸਾਹਿਬ ਤੇ ਉਹ ਪੰਥ ਦੇ ਮਹਾਨ ਸ਼ਹੀਦ ਸਾਰਿਆਂ ਦੀਆਂ ਝੋਲੀਆਂ ਭਰਨੇ ਅਰਦਾਸ ਕਰਦੇ ਹਾਂ। ਪਰ ਇਹ ਝੋਲੀਆਂ ਭਰਨ ਦੀਆਂ ਬਰਕਤਾਂ ਉਦੋਂ ਹੀ ਸਾਨੂੰ ਮਹਿਸੂਸ ਹੋਣੀਆਂ ਜਿੱਦਣ ਅਸੀਂ ਗੁਰਮਤ ਗਾਡੀ ਰਾਹੋਂ ਚੱਲਣ ਦੇ ਮਾਰਗ ਤੇ ਆਵਾਂਗੇ, ਗੁਰਸਿੱਖੀ ਵਾਲੇ ਬਾਣੀ ਬਾਣੇ ਦੇ ਸਰੂਪ ਵਿੱਚ ਪ੍ਰਪੱਕ ਹੋ ਕੇ ਚੱਲਾਂਗੇ। ਸੋ ਇਹ ਬਾਬਾ ਦੀਪ ਸਿੰਘ ਸਾਹਿਬ ਦਾ ਅਨੋਖਾ ਅਮਰ ਸ਼ਹੀਦ ਵਾਲਾ ਜੀਵਨ ਹੈ।